ਦੀ ਵਿਚਾਰ ਸਾਂਝੀ ਕਰ ਰਹੇ ਹਾਂ ਔਰ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ, ਜਿਸ ਕਰਕੇ ਸਾਡੇ ਜੀਵਨ ਦੇ ਅੰਦਰ ਚੇਂਜਿੰਗ ਆਵੇ, ਜੀਵਨ ਵਿੱਚ ਖੁਸ਼ੀਆਂ ਖੇੜੇ, ਆਨੰਦ ਮੰਗਲ ਪ੍ਰਸੰਨਤਾ ਆਵੇ, ਅਸੀਂ ਆਤਮਿਕ ਜੀਵਨ ਦਾ ਆਨੰਦ ਮਾਣ ਸਕੀਏ ਔਰ ਜੀਵਨ ਮੁਕਤੀ ਦਾ ਆਨੰਦ ਮਾਣ ਸਕੀਏ ਤੇ ਆਪਣੇ ਇਸ ਸੰਸਾਰ ਔਰ ਸਮਾਜ ਨੂੰ ਸੋਹਣਾ ਬਣਾ ਸਕੀਏ। ਅੱਜ ਅਸੀਂ ਬਾਬਾ ਫਰੀਦ ਜੀ ਦੇ 50 ਨੰਬਰ ਸ਼ਲੋਕ ਤੋਂ ਵਿਚਾਰ ਆਰੰਭ ਕਰ ਰਹੇ ਹਾਂ। ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1380 ਤੇ ਅੰਕਿਤ ਹੈ। ਫਰੀਦਾ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਹੁਣ ਜਿਵੇਂ ਇਹ ਸ਼ਬਦ ਲਿਖਿਆ ਹੈ ਫਰੀਦਾ ਕੰਨ ਮੁਸਲਾ, ਤਾਂ ਇਹਨੂੰ ਮੁਸਲਾ ਨਹੀਂ ਪੜਨਾ, ਇਹਦਾ ਉਚਾਰਨ ਹੋਏਗਾ ਮੁਸੱਲਾ। ਮੁਸੱਲਾ ਕਹਿੰਦੇ ਨੇ ਕੱਪੜਾ ਜਿਹੜਾ ਥੱਲੇ ਵਿਛਾ ਕੇ ਮੁਸਲਮਾਨ ਵੀਰ ਨਮਾਜ਼ ਪੜ੍ਹਦੇ ਨੇ, ਫੂੜੀ ਗੱਲ ਆਪਣਾ ਜਿਹਦੇ ਉੱਤੇ ਬੈਠ ਕੇ ਤੇ ਨਮਾਜ਼ ਪੜ੍ਹਦੇ ਨੇ। ਸੂਫ ਦਾ ਮਤਲਬ ਹੈਗਾ ਕਾਲੀ ਖਫਣੀ, ਜੋ ਕਾਲੇ ਰੰਗ ਦਾ ਬਾਣਾ ਜਿਹੜਾ ਹੈ ਪਾਇਆ ਹੁੰਦਾ ਹੈ ਸੂਫੀਆਂ ਨੇ। ਦਿਲ ਦਾ ਮਤਲਬ ਦਿਲ ਵਿੱਚ ਤੇ ਗਲ ਦਾ ਮਤਲਬ ਗਲ ਵਿੱਚ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਇਹ ਫਰੀਦ ਤੇਰੇ ਮੋਢੇ ਉੱਤੇ ਮੁਸੱਲਾ ਹੈ, ਗਲ ਵਿੱਚ ਕਾਲੀ ਕਫਣੀ ਪਾਈ ਹੋਈ ਹੈ। ਦਿਲ ਕਾਤੀ ਗੁੜਵਾਤ, ਤੇਰੇ ਮੂੰਹ ਵਿੱਚ ਗੁੜ ਹੈ। ਗੁੜ ਦਾ ਮਤਲਬ ਜੋ ਤੇਰੀਆਂ ਗੱਲਾਂ ਨੇ ਜ਼ਬਾਨ ਦੀਆਂ, ਉਹ ਬੜੀਆਂ ਮਿੱਠੀਆਂ ਗੱਲਾਂ ਕਰ ਰਿਹਾ ਹੈ। ਪਰ ਦਿਲ ਕਾਤੀ, ਕਾਤੀ ਦਾ ਮਤਲਬ ਕੈਂਚੀ, ਤੇਰੇ ਦਿਲ ਦੇ ਅੰਦਰ, ਤੇਰੀ ਸੋਚ ਦੇ ਅੰਦਰ ਕੈਂਚੀ ਹੈ। ਜਿਵੇਂ ਅਸੀਂ ਕਹਿੰਦੇ ਆ ਨਾ ਮੂੰਹ ਮੇ ਰਾਮ ਬਗਲ ਮੇ ਛੁਰੀ, ਜਿਵੇਂ ਅਸੀਂ ਆਮ ਕਹਿੰਦੇ ਆ ਫਲਾਂ ਬੰਦਾ ਤੇ ਮੋਮੋ ਠੱਗਣਾ ਹੈ ਜਾਂ ਮੋਮੋ ਠੱਗਣੀ ਹੈ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬੰਦੇ ਨੂੰ ਮੋਹ ਲੈਂਦਾ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਤੇਰੇ ਮੂੰਹ ਵਿੱਚ ਗੁੜ ਹੈ, ਯਾਨੀ ਗੱਲਾਂ ਤੂੰ ਬੜੀਆਂ ਮਿੱਠੀਆਂ ਕਰਦਾ ਹੈ। ਦਿਲ ਵਿੱਚ ਕੈਂਚੀ ਹੈ, ਯਾਨੀ ਲੋਕਾਂ ਨੂੰ ਵਿਖਾਲਣ ਵਾਸਤੇ ਫਕੀਰੀ ਵੇਸ਼ ਬਣਾਇਆ ਹੋਇਆ। ਮੋਢੇ ਦੇ ਉੱਤੇ ਮੁਸੱਲਾ ਵੀ ਰੱਖਿਆ ਕਿ ਮੈਂ ਨਮਾਜ਼ ਪੜ੍ਹਦਾ। ਕਾਲੀ ਕਫਣੀ ਵੀ ਪਾਈ ਹੋਈ ਹੈ। ਜਦੋਂ ਕੋਈ ਕਾਲੀ ਕਫਣੀ ਪਾਉਂਦਾ ਹੈ ਤਾਂ ਆਮ ਬੰਦਾ ਉਹਨੂੰ ਵੇਖ ਕੇ ਕਹਿ ਦਿੰਦਾ ਹੈ ਕਿ ਸੰਤ ਹੈ, ਫਕੀਰ ਹੈ ਜਾਂ ਸੂਫੀ ਹੈ। ਗੱਲਾਂ ਵੀ ਤੂੰ ਬੜੀਆਂ ਮਿੱਠੀਆਂ ਕਰ ਰਿਹਾ, ਲੇਕਿਨ ਦਿਲੋਂ ਤੋਂ ਵਿਸ਼ ਗੰਦਲਾਂ ਦੀ ਖਾਤਰ ਖੋਟਾ ਹੈ, ਅੰਦਰੋਂ ਖੋਟਾ ਹੈ, ਤੇਰੇ ਅੰਦਰ ਖੋਟ ਹੈ। ਔਰ ਇਹ ਹਕੀਕਤ ਹੈ, ਧਰਮ ਦੀ ਦੁਨੀਆ ਦੇ ਅੰਦਰ ਬਹੁਤਾਤ ਗਿਣਤੀ ਐਸੇ ਲੋਕਾਂ ਦੇ ਨਾਲ ਭਰੀ ਪਈ ਹੈ, ਸਾਰੇ ਨਹੀਂ, ਬਹੁਤਾਤ ਗਿਣਤੀ, ਕਿ ਜਿਨ੍ਹਾਂ ਨੇ ਧਾਰਮਿਕ ਪਹਿਨਾਵੇ ਪਹਿਨੇ ਨੇ, ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ ਆਪੋ ਆਪਣੇ ਮਜ਼ਹਬ ਮੁਤਾਬਕ। ਉਹਨਾਂ ਦੀਆਂ ਗੱਲਾਂ ਵੀ ਬੜੀਆਂ ਮਿੱਠੀਆਂ ਨੇ, ਉਹਨਾਂ ਦਾ ਪਹਿਨਾਵਾ ਵੀ ਬੜਾ ਸੋਹਣਾ ਹੈ। ਕਿਸੇ ਨੇ ਕਾਲਾ ਪਾਇਆ ਹੈ, ਕਿਸੇ ਨੇ ਜੋਗੀਆ ਪਾਇਆ ਹੈ, ਕਿਸੇ ਨੇ ਚਿੱਟਾ ਪਾਇਆ ਹੋਇਆ ਹੈ, ਲੇਕਿਨ ਹੈ ਸਾਰਾ ਕੰਮ ਸਾਰਾ ਠੱਗੀ ਵਾਸਤੇ ਹੈ, ਕੰਮ ਸਾਰਾ ਇਮੋਸ਼ਨਲ ਬਲੈਕਮੇਲਿੰਗ ਵਾਸਤੇ ਹੈ। ਆਮ ਲੋਕਾਂ ਨੂੰ ਧਰਮ ਦੇ ਨਾਮ ਤੇ ਠੱਗ ਰਹੇ ਨੇ, ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰ ਰਹੇ ਨੇ। ਸੱਚ ਦੇ ਨਾਲ ਜੋੜਨ ਦੀ ਬਜਾਏ ਕਰਮ ਕਾਂਡਾਂ ਦੇ ਨਾਲ ਜੋੜ ਰਹੇ ਨੇ। ਕਿਤੇ ਤੇ ਮਰਨ ਤੋਂ ਬਾਅਦ ਨਰਕ ਸਵਰਗ ਦੇ ਲਾਲਚ ਔਰ ਡਰਾਬੇ, ਔਰ ਕਿਤੇ ਤੀਰਥ ਯਾਤਰਾਵਾਂ ਤੇ ਜਪ ਤਪ ਸੰਜਮ ਤੇ ਇਹਨਾਂ ਚੀਜ਼ਾਂ ਦੇ ਵਿੱਚ ਉਲਝਾ ਦਿੱਤਾ ਗਿਆ ਹੈ, ਤੇ ਸਿਰਫ ਆਪਣੀ ਰੋਜੀ ਰੋਟੀ ਵਾਸਤੇ ਆਮ ਜਨਤਾ ਨੂੰ ਉਲਝਾ ਦਿੱਤਾ ਗਿਆ। ਇਹ ਧਾਰਮਿਕ ਦੁਨੀਆ ਦੇ ਅੰਦਰ ਬਹੁਤਾਤ ਗਿਣਤੀ ਐਸੀ ਵੇਖੀ ਜਾ ਸਕਦੀ ਹੈ। ਇਹਦੇ ਵਿੱਚ ਕੋਈ ਵਿਆਖਿਆ ਕਰਨ ਦੀ ਲੋੜ ਨਹੀਂ, ਅਸੀਂ ਵੇਖ ਹੀ ਰਹੇ ਹਾਂ ਜੋ ਫੇਰੇ ਜੋ ਕੁਛ ਹੁੰਦਾ ਹੈ। ਬਾਹਰ ਦਿਸੈ ਚਾਨਣਾ, ਬਾਬਾ ਫਰੀਦ ਜੀ ਕਹਿੰਦੇ ਨੇ ਬਾਹਰ ਤਾਂ ਚਾਨਣਾ ਦਿਸ ਰਿਹਾ, ਦਿਲ ਅੰਧਿਆਰੀ ਰਾਤ, ਪਰ ਤੇਰੇ ਦਿਲ ਦੇ ਅੰਦਰ ਹਨੇਰੀ ਰਾਤ ਹੈ। ਬਾਹਰ ਦਿਸੇ ਚਾਨਣਾ ਦਾ ਮਤਲਬ ਬਾਹਰੋਂ ਤੂੰ ਬੜੀਆਂ ਗਿਆਨ ਦੀਆਂ ਗੱਲਾਂ ਕਰ ਰਿਹਾ ਹੈ, ਮਿੱਠੀਆਂ ਵੀ ਗੱਲਾਂ ਕਰਦਾ ਹੈ, ਗਿਆਨ ਦੀਆਂ ਗੱਲਾਂ ਵੀ ਕਰਦਾ ਹੈ, ਲੇਕਿਨ ਦਿਲ ਦੇ ਅੰਦਰ ਤੇਰੇ ਹਨੇਰੀ ਰਾਤ ਤੇ ਗੁਪਤ ਹਨੇਰਾ ਹੈ ਅਗਿਆਨਤਾ ਦਾ। ਗਿਆਨ ਦੀ ਦੁਰਵਰਤੋਂ ਕਰਦਾ ਨਾ ਬੰਦਾ, ਤਾਂ ਜਿਹੜਾ ਬੰਦਾ ਗਿਆਨ ਦੀ ਦੁਰਵਰਤੋਂ ਕਰਦਾ ਹੈ, ਦਿਲ ਵਿੱਚ ਹਨੇਰੀ ਰਾਤ ਹੀ ਹੈ।
ਇਹ ਇਕੱਲੇ ਧਾਰਮਿਕ ਦੁਨੀਆ ਦੀ ਗੱਲ ਨਹੀਂ, ਆਮ ਵੀ ਵੇਖ ਲਓ। ਅਸੀਂ ਕਈ ਵਾਰ ਸਮਾਜ ਵਿੱਚ ਵੇਖਦੇ ਹਾਂ, ਜਦੋਂ ਰਿਸ਼ਤੇ ਨਾਤੇ ਹੀ ਹੁੰਦੇ ਨੇ ਤਾਂ ਆਮ ਬੰਦਾ ਕਹਿੰਦਾ ਜੀ ਸਾਡੀ ਦਾਜ ਦਹੇਜ ਦੀ ਕੋਈ ਮੰਗ ਨਹੀਂ, ਜੋ ਦੇਣਾ ਹੈ ਆਪਣੀ ਧੀ ਨੂੰ ਦੇਣਾ ਹੈ, ਬਸ 20-25 ਮਿਲਣੀਆਂ ਨੇ, ਉਹ ਤੁਸੀਂ ਛਾਪਾਂ ਪਾ ਦਿਆ ਜੇ ਤੇ ਸਾਡੀ 500 ਬੰਦੇ ਦੀ ਬਰਾਤ ਹੋਣੀ ਹੈ ਤੇ ਉਹਦੀ ਜਰਾ ਮੀਟ ਸ਼ਰਾਬ ਦੀ ਸੇਵਾ ਚੰਗੀ ਕਰ ਦਿਆ ਜੇ, ਬਾਕੀ ਜੋ ਦੇਣਾ ਧੀ ਭੈਣ ਨੂੰ ਦੇਣਾ ਹੈ, ਸਾਡੀ ਮੰਗ ਕੋਈ ਨਹੀਂ। ਬੰਦਾ ਪੁੱਛੇ ਵੀ ਹੁਣ ਬਾਕੀ ਉਹਨਾਂ ਦੀ ਪੈਲੀ ਆਪਣੇ ਨਾਂ ਕਰਾ ਲਓ। ਯਾਨੀ ਹੋ ਗਿਆ ਨਾ ਮਾਨਸਿਕਤਾ, ਜਿਹੜੀ ਸੋਚ ਹੈ। ਗੱਲ ਕੁਛ ਕਹੀ ਜਾ ਰਹੀ ਹੈ ਪਰ ਅੰਦਰੋਂ ਸੋਚ ਦੇਖੋ, ਮੈਂਟੈਲਿਟੀ ਦੇਖੋ। ਤਾਂ ਜਿਹੜਾ ਬੰਦਾ ਗਿਆਨ ਦੀ ਗਲਤ ਵਰਤੋਂ ਕਰਦਾ ਹੈ, ਉਹਦੇ ਅੰਦਰ ਤੇ ਹਨੇਰੀ ਰਾਤ ਹੀ ਹੈ। ਰਾਜਨੀਤਿਕ ਲੋਕ ਵੇਖ ਲਓ, ਕਿਵੇਂ ਲੋਕ ਭਲਾਈ ਦੀਆਂ ਗੱਲਾਂ ਕਰ ਰਹੇ ਨੇ, ਸਮਾਜ ਦੀਆਂ, ਲੇਕਿਨ ਜੋ ਕੁਛ ਕਰ ਰਹੇ ਨੇ ਉਹਨਾਂ ਦੀ ਆਪਣੀ ਜ਼ਿੰਦਗੀ ਵੇਖੋ, ਕਰ ਕਾਦੇ ਵਾਸਤੇ ਰਹੇ ਨੇ ਕਿ ਸਾਡੇ ਕੋਲ ਵੋਟਾਂ ਆ ਜਾਣ, ਸਾਡੀ ਆਪਣੀ ਪਾਰਟੀ ਦੀ ਸਰਕਾਰ ਬਣ ਜਾਏ ਤੇ ਫਿਰ ਆਪਣੀ। ਇਸੇ ਨੂੰ ਕਹਿੰਦੇ ਨੇ ਦਿਲ ਅੰਧਿਆਰੀ ਰਾਤ। ਜੇ ਕੋਈ ਕਿਸੇ ਵੀ ਪੋਸਟ ਦੇ ਉੱਤੇ ਬੰਦਾ ਬੈਠਾ ਹੈ, ਉਹ ਗਿਆਨ ਦੀ ਗਲਤ ਵਰਤੋਂ ਕਰਦਾ ਹੈ, ਤਾਂ ਦਿਲ ਅੰਧਿਆਰੀ ਰਾਤ ਹੋ ਗਈ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਧਰਮ ਦੀ ਦੁਨੀਆ ਦੇ ਵਿੱਚ ਵਿਖਾਵਾ ਜ਼ਿਆਦਾ ਹੈ। ਮੋਢੇ ਦੇ ਉੱਤੇ ਮੁਸੱਲਾ ਰੱਖਿਆ ਹੈ, ਗਲ ਦੇ ਵਿੱਚ ਕਫਣੀ ਵੀ ਪਾਈ ਹੈ, ਬੰਦਾ ਮਿੱਠੀਆਂ ਮਿੱਠੀਆਂ ਗੱਲਾਂ ਵੀ ਕਰਦਾ ਹੈ, ਲੇਕਿਨ ਅੰਦਰ ਤੇਰੇ ਕੈਂਚੀ ਹੈ, ਤੂੰ ਲੋਕ ਵਿਰੋਧੀ ਹੈ, ਯਾਨੀ ਦੁਨੀਆ ਦੇ ਅੰਦਰ ਕਰਪਸ਼ਨ ਫੈਲਾਉਣ ਵਾਲਾ ਹੈ, ਔਰ ਬਾਹਰ ਤੇਰੇ ਗਿਆਨ ਦੀਆਂ ਗੱਲਾਂ ਨੇ, ਤੂੰ ਗਿਆਨਵਾਨ ਦਿਸ ਰਿਹਾ ਹੈ, ਪਰ ਉਹ ਗਿਆਨ ਜਿਹੜਾ ਹੈ ਸਾਰਾ ਉਹ ਤੂੰ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਨ ਵਾਸਤੇ ਵਰਤ ਰਿਹਾ। ਤੇਰੀ ਮਾਨਸਿਕਤਾ, ਤੇਰੀ ਸੋਚ ਦੇ ਅੰਦਰ ਹਨੇਰਾ ਹੈ, ਅਗਿਆਨਤਾ ਹੈ। ਜਿਵੇਂ ਅਸੀਂ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ ਨਾ, ਦੇਸ਼ ਛੋੜ ਪਰਦੇਸ ਆਇਆ, ਪੰਚ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੁੱਕਾ। ਹੁਣ ਕਿੰਨੇ ਵੱਡੇ ਵੱਡੇ ਅੱਜ ਦੇ ਯੁੱਗ ਦੇ ਧਾਰਮਿਕ ਲੋਕ ਜਿਨ੍ਹਾਂ ਦੀ ਬੜੀ ਮਾਨਤਾ ਸੀ, ਅੱਜ ਉਹ ਜੇਲ੍ਹ ਦੇ ਵਿੱਚ ਬੈਠੇ ਨੇ, ਕਿਉਂਕਿ ਬਾਹਰੋਂ ਤੇ ਗੋਡ ਆਫ ਮੈਸੇਂਜਰ ਬਣੇ ਸਨ, ਰੱਬ ਦਾ ਸੁਨੇਹਾ ਦੇਣ ਵਾਲੇ, ਲੇਕਿਨ ਦਿਲ ਦੇ ਅੰਦਰ ਹਨੇਰੀ ਰਾਤ ਸੀ ਨਾ। ਤਾਂ ਸਾਨੂੰ ਇੱਥੇ ਜੀਣ ਵਾਸਤੇ ਕੀ ਮਿਲ ਰਿਹਾ ਹੈ ਕਿ ਅਸੀਂ ਭੇਖ ਨਹੀਂ ਕਰਨਾ, ਅੰਦਰੋਂ ਬਾਹਰੋਂ ਇੱਕ ਹੋਣਾ ਹੈ। ਕਿਉਂਕਿ ਜਿਹੜੇ ਭੇਖ ਦੇ ਨਾਲ ਕਦੇ ਵੀ ਨਾ ਰੱਬ ਮਿਲਦਾ ਹੈ, ਭੇਖ ਦੇ ਨਾਲ ਨਾ ਕਦੇ ਸੁੱਖ ਸ਼ਾਂਤੀ ਮਿਲਦੀ ਹੈ, ਵਿਖਾਵੇ ਦੇ ਜੀਵਨ ਦੇ ਨਾਲ ਕਦੇ ਵੀ ਜੀਵਨ ਦੇ ਵਿੱਚ ਤਰੱਕੀ ਨਹੀਂ ਬੰਦਾ ਕਰਦਾ, ਵਿਖਾਵੇ ਦੇ ਜੀਵਨ ਦੇ ਨਾਲ ਕਦੇ ਵੀ ਬੰਦਾ ਆਤਮਿਕ ਸ਼ਾਂਤੀ, ਆਤਮਿਕ ਆਨੰਦ ਨਹੀਂ ਮਾਣ ਸਕਦਾ। ਇਸ ਲਈ ਵਿਖਾਵੇ ਵਾਲੇ ਜੀਵਨ ਨੂੰ ਛੱਡ ਕੇ ਅੰਦਰੋਂ ਬਾਹਰੋਂ ਇੱਕ ਹੋਣਾ ਹੈ, ਸੱਚ ਦੇ ਨਾਲ ਜੁੜਨਾ ਹੈ, ਮੇਰ ਤੇਰ ਦੇ ਵਿਤਕਰਿਆਂ ਨੂੰ ਖਤਮ ਕਰਨਾ ਹੈ, ਕਥਨੀ ਔਰ ਕਰਨੀ ਦੇ ਪੂਰੇ ਹੋਣਾ ਹੈ। ਕਿਉਂਕਿ ਜਹ ਕਰਨੀ ਤਹ ਪੂਰੀ ਮਤ, ਕਰਨੀ ਬਾਝੋਂ ਘਟੇ ਘਟ। ਗੱਲਾਂ ਦੇ ਨਾਲ ਕੁਛ ਨਹੀਂ ਹੋਣਾ, ਕਰਨੀ ਪੂਰੀ ਹੋਣੀ ਚਾਹੀਦੀ ਹੈ। ਇਸ ਲਈ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ ਕਿ ਕਥਨੀ ਔਰ ਕਰਨੀ ਦੇ ਪੂਰੇ ਹੋਣਾ ਹੈ। ਜੋ ਇਨਸਾਨ ਕਥਨੀ ਔਰ ਕਰਨੀ ਦਾ ਪੂਰਾ ਨਹੀਂ ਹੈ, ਉਹ ਇਨਸਾਨ ਇਸ ਸੰਸਾਰ ਵਾਸਤੇ ਖਤਰਨਾਕ ਹੈ। ਫਰੀਦਾ ਰੱਤੀ ਰਤ ਨਾ ਨਿਕਲੇ, ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉ, ਤਿੰਨ ਤਨ ਰਤ ਨਾ ਹੋਏ। ਹੁਣ ਇੱਥੇ ਲਿਖਿਆ ਹੈ ਰਤੀ, ਇਹਨੂੰ ਰਤੀ ਨਹੀਂ ਪੜਨਾ, ਰੱਤੀ ਪੜਨਾ ਹੈ। ਰੱਤੀ, ਰਤ ਨਹੀਂ ਪੜਨਾ, ਰਤ। ਰੱਤੀ ਦਾ ਮਤਲਬ ਰਤਾ ਜਿੰਨੀ ਵੀ, ਰਤ ਦਾ ਮਤਲਬ ਲਹੂ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਜੇ ਕੋਈ ਰੱਬ ਦੇ ਪਿਆਰ ਵਿੱਚ ਰੰਗੇ ਹੋਏ ਦਾ ਸਰੀਰ ਚੀਰੇ ਤਾਂ ਉਹਦੇ ਵਿੱਚੋਂ ਰਤਾ ਜਿੰਨਾ ਵੀ ਲਹੂ ਨਹੀਂ ਨਿਕਲਦਾ, ਉਹਦੇ ਵਿੱਚੋਂ ਰਤਾ ਜਿੰਨਾ ਵੀ ਲਹੂ ਨਹੀਂ ਨਿਕਲਦਾ। ਪਰ ਤੂੰ ਤਾਂ ਬਾਹਰ ਦਾ ਕੇਵਲ ਕਫਨੀ ਆਦਿਕ ਦਾ ਵਿਖਾਵਾ ਹੀ ਕਰੀ ਫਿਰਦਾ। ਜੋ ਤਨ ਰੱਤੇ ਰੱਬ ਸਿਉ, ਤਿੰਨ ਤਨ ਰਤ ਨਾ ਹੋਏ, ਕਿ ਜੋ ਬੰਦੇ ਰੱਬ ਦੇ ਨਾਲ ਰੰਗੇ ਹੁੰਦੇ ਨੇ, ਜੋ ਪ੍ਰਭੂ ਪਿਆਰ ਵਿੱਚ ਰੰਗੇ ਨੇ, ਰਜਾ ਵਿੱਚ ਤੁਰਦੇ ਨੇ, ਉਹਨਾਂ ਦੇ ਸਰੀਰ ਵਿੱਚ ਲਹੂ ਨਹੀਂ ਹੁੰਦਾ, ਲਹੂ ਨਹੀਂ ਹੁੰਦਾ। ਹੁਣ ਇੱਥੇ ਗੱਲ ਨਾ ਗੋਹਜ ਰੂਪ ਵਿੱਚ ਕਹੀ ਗਈ ਹੈ। ਕਈ ਵਾਰ ਬੰਦੇ ਨੂੰ ਭੁਲੇਖਾ ਪੈ ਜਾਂਦਾ ਕਿ ਸ਼ਾਇਦ ਉਹਨਾਂ ਲੋਕਾਂ ਦੇ ਅੰਦਰ ਖੂਨ ਹੁੰਦਾ ਹੀ ਨਹੀਂ। ਗੱਲ ਉਹ ਨਹੀਂ ਹੈ। ਗੱਲ ਇਹ ਕਿ ਉਹਨਾਂ ਦੇ ਅੰਦਰ ਵਿਸ਼ ਗੰਦਲਾਂ ਦਾ ਮੋਹ ਨਹੀਂ ਹੁੰਦਾ, ਉਹਨਾਂ ਦੇ ਅੰਦਰ ਲੱਭ ਲੋਭ ਲਾਲਚ ਵਿਕਾਰ ਨਹੀਂ ਹੁੰਦੇ।
ਤਾਂ ਅਗਲੇ ਸ਼ਲੋਕ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਸ਼ਲੋਕ ਦੀ ਵਿਆਖਿਆ ਕਰ ਦਿੱਤੀ ਹੈ, ਖੋਲ ਕੇ ਸਮਝਾ ਦਿੱਤਾ ਹੈ ਕਿ ਕਿਸੇ ਦੇ ਮਨ ਦੇ ਅੰਦਰ ਸ਼ੰਕਾ ਨਾ ਰਹਿ ਜਾਏ ਉਹ ਲਹੂ ਕਿਹੜਾ ਹੈ ਜਿਹੜਾ ਨਹੀਂ ਹੁੰਦਾ। ਤਾਂ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਸਭੋ ਦਾ ਮਤਲਬ ਸਾਰਾ, ਰਤ ਬਿਨ ਦਾ ਮਤਲਬ ਰਤ ਤੋਂ ਬਿਨਾ। ਤਾਂ ਇਹ ਸਾਰਾ ਸਰੀਰ ਲਹੂ ਹੈ, ਭਾਵ ਕਿ ਸਾਰੇ ਸਰੀਰ ਦੇ ਅੰਦਰ ਲਹੂ ਮੌਜੂਦ ਹੈ, ਸਾਡੀਆਂ ਰਗਾਂ ਦੇ ਅੰਦਰ ਖੂਨ ਗਰਦਿਸ਼ ਕਰ ਰਿਹਾ ਹੈ। ਰਤ ਬਿਨ ਤਨ ਨਾ ਹੋਏ, ਲਹੂ ਤੋਂ ਬਿਨਾ ਸਰੀਰ ਰਹਿ ਹੀ ਨਹੀਂ ਸਕਦਾ। ਜੇ ਸਾਡੇ ਸਰੀਰ ਚੋਂ ਲਹੂ ਕੱਢ ਦਿੱਤਾ ਜਾਏ ਨਾ ਤਾਂ ਸਰੀਰ ਜਿੰਦਾ ਹੀ ਨਹੀਂ ਰਹੇਗਾ। ਲਹੂ ਤੋਂ ਬਿਨਾ ਸਰੀਰ ਜਿੰਦਾ ਹੀ ਨਹੀਂ ਰਹਿ ਸਕਦਾ। ਇਹ ਸਾਰੇ ਤਨ ਦੇ ਅੰਦਰ ਰਤ ਹੈ, ਲਹੂ ਹੈ। ਲਹੂ ਤੋਂ ਬਿਨਾ, ਖੂਨ ਤੋਂ ਬਿਨਾ ਸਰੀਰ ਰਹਿ ਹੀ ਨਹੀਂ ਸਕਦਾ। ਜੇਕਰ ਅਸੀਂ ਸਰੀਰ ਨੂੰ ਚੀਰਾਂਗੇ, ਕਿਤੋਂ ਵੱਢਾਂਗੇ ਨਾ, ਤਾਂ ਲਹੂ ਨਿਕਲੇਗਾ। ਜੇ ਮਾੜੀ ਜਿਹੀ ਕਿਤੇ ਸੱਟ ਫਿੱਟ ਲੱਗੇਗੀ ਤੇ ਲਹੂ ਨਿਕਲੇਗਾ, ਕਿਉਂਕਿ ਲਹੂ ਮੌਜੂਦ ਹੈ। ਤਾਂ ਹੁਣ ਕਿਹੜੇ ਲਹੂ ਦੀ ਗੱਲ ਕਰ ਰਹੇ ਨੇ? ਜੋ ਸ਼ੋਹਰਤ ਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਜੋ ਆਪਣੇ ਪਿਆਰੇ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੁੰਦੇ ਨੇ ਨਾ, ਉਹਨਾਂ ਦੇ ਅੰਦਰ ਲਹੂ ਜਿਹੜਾ ਹੈ ਨਾ, ਲੱਭ ਦਾ, ਲੋਭ ਦਾ, ਲਾਲਚ ਦਾ ਖੂਨ ਨਹੀਂ ਹੁੰਦਾ। ਉਹਨਾਂ ਦੇ ਅੰਦਰ ਲਾਲਚ ਨਹੀਂ ਹੁੰਦਾ, ਉਹਨਾਂ ਦੇ ਅੰਦਰ ਲੋਭ ਨਹੀਂ ਹੁੰਦਾ। ਕਿਉਂਕਿ ਲੋਭ ਜਦੋਂ ਬੰਦੇ ਦੇ ਅੰਦਰ ਆਉਂਦਾ ਨਾ, ਇਹ ਬੇਗਾਨਾ ਖੂਨ ਪੀਂਦਾ ਹੈ, ਬੇਗਾਨੇ ਹੱਕ ਖਾਂਦਾ ਹੈ। ਲੋਭੀ ਬੰਦਾ 2 ਨੰਬਰ ਦੇ ਧੰਦੇ ਕਰੇਗਾ, ਲੋਭੀ ਬੰਦਾ ਦੂਜਿਆਂ ਦੀ ਪ੍ਰਾਪਰਟੀ ਦਬਾਏਗਾ, ਲੋਭੀ ਬੰਦਾ ਆਪ ਵੀ ਅਸ਼ਾਂਤ ਰਹੇਗਾ, ਲੋਭੀ ਬੰਦਾ ਦੂਜਿਆਂ ਨੂੰ ਵੀ ਅਸ਼ਾਂਤ ਕਰੇਗਾ। ਤੇ ਜਿਹੜਾ ਪ੍ਰਭੂ ਪ੍ਰੇਮ ਦੇ ਅੰਦਰ ਰੰਗਿਆ ਜਾਏ, ਰੱਬੀ ਗੁਣਾਂ ਦੇ ਵਿੱਚ, ਕਿਉਂਕਿ ਉਹਦੇ ਅੰਦਰ ਸਤ, ਸੰਤੋਖ, ਦਇਆ, ਧਰਮ ਆਦਿਕ ਸ਼ੁਭ ਗੁਣ ਆ ਜਾਣੇ ਨੇ, ਤਾਂ ਉਹਦੇ ਵਿੱਚ ਲੋਭ ਦਾ ਖੂਨ ਨਹੀਂ ਹੋਏਗਾ। ਉਸ ਬੰਦੇ ਦੀ ਜ਼ਿੰਦਗੀ ਵਿੱਚ ਲੋਭ ਨਹੀਂ ਹੋਏਗਾ। ਉਹਦੇ ਸਰੀਰ ਨੂੰ ਪੋਰੀਆਂ ਪੋਰੀਆਂ ਕਰਕੇ ਕੱਟ ਦਿਓ, ਲੇਕਿਨ ਉਹ ਲੋਭ ਦੇ ਵਿੱਚ ਫਸੇਗਾ ਨਹੀਂ। ਹੁਣ ਇਹ ਲੋਭ ਦੀ ਰੱਤ ਕਿਵੇਂ ਖਤਮ ਹੋ ਜਾਂਦੀ ਹੈ? ਸਵਾਲ ਪੈਦਾ ਹੁੰਦਾ ਹੈ ਵੀ ਇਹ ਜਿਹੜਾ ਲੋਭ ਦਾ ਖੂਨ ਹੈ ਸਾਡੇ ਅੰਦਰ, ਇਹਨੂੰ ਜੇ ਅਸੀਂ ਮੁਕਾਉਣਾ ਹੋਵੇ ਤੇ ਅਸੀਂ ਕਿਵੇਂ ਮੁਕਾ ਸਕਦੇ ਹਾਂ? ਤਾਂ ਉਹਦੇ ਵਾਸਤੇ ਸਾਨੂੰ ਸਾਧਨ ਦੱਸ ਰਹੇ ਨੇ। ਭੈ ਪੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉ ਬੇਸੰਤਰ ਧਾਤ ਸ਼ੁੱਧ ਹੋਏ, ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ। ਤਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿ ਰਹੇ ਨੇ, ਪੈ ਪੈ, ਇਹਨੂੰ ਪਈਏ ਨਹੀਂ ਪੜਨਾ, ਕਿਉਂਕਿ ਪਈਏ ਤਾਂ ਬਣਦਾ ਸੀ ਜੇਕਰ ਈੜੀ ਦੇ ਨਾਲ ਬਿਹਾਰੀ ਹੁੰਦੀ। ਇਹਨੂੰ ਪੜਨਾ ਪੈ, ਜਿਵੇਂ ਮੰਨਿਆ, ਸੁਣਿਆ, ਇਵੇਂ ਪੈ। ਪੈ ਦਾ ਮਤਲਬ ਪੈਣ ਨਾਲ, ਡਰ ਵਿੱਚ ਰਹਿਣ ਨਾਲ। ਭੈ ਪੈ, ਡਰ ਵਿੱਚ ਪਿਆ, ਡਰ ਵਿੱਚ ਰਿਹਾ। ਤਨ ਖੀਣ ਹੋਏ, ਖੀਣ ਦਾ ਮਤਲਬ ਲਿੱਸਾ, ਕਮਜ਼ੋਰ। ਤਨ ਦਾ ਮਤਲਬ ਸਰੀਰ। ਲੋਭ ਰਤ, ਲੋਭ ਦਾ ਜਿਹੜਾ ਖੂਨ ਹੈ ਵਿੱਚੋਂ ਜਾਏ ਦਾ ਮਤਲਬ ਵਿੱਚੋਂ ਚਲਾ ਜਾਂਦਾ ਹੈ। ਜੇ ਮਨੁੱਖ ਪ੍ਰਭੂ ਦੇ ਅਦਬ ਵਿੱਚ ਰਹੇ, ਅਦਬ ਵਿੱਚ ਰਹੇ, ਰਜਾ ਦੇ ਵਿੱਚ ਰਹੇ, ਤਾਂ ਇਹ ਸਰੀਰ ਲਿੱਸਾ ਹੋ ਜਾਂਦਾ ਹੈ। ਲਿੱਸਾ ਦਾ ਮਤਲਬ ਇਹਦੇ ਅੰਦਰ ਤਾਕਤ ਹੀ ਨਹੀਂ ਰਹਿੰਦੀ, ਇਹੋ ਜਿਹੀ ਸੋਚ ਨਹੀਂ ਰਹਿੰਦੀ ਕਿ ਇਹ ਲੋਭ ਕਰੇ। ਇਹਦਾ ਮਤਲਬ ਇਹ ਨਹੀਂ ਕਿ ਸਰੀਰ, ਰੱਬ ਦੇ ਨਾਲ ਪਿਆਰ ਕਰਨ ਵਾਲਿਆਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਤੇ ਉਹ ਕੰਮ ਕਰਨ ਜੋਗੇ ਨਹੀਂ ਰਹਿੰਦੇ। ਐਸਾ ਨਹੀਂ ਹੈ। ਉਹਨਾਂ ਦੇ ਸਰੀਰ ਦੇ ਅੰਦਰ ਸਗੋਂ ਜ਼ਿਆਦਾ ਤਾਕਤ ਹੈ। ਉਹ ਤਾਂ ਨੀਹਾਂ ਦੇ ਵਿੱਚ ਖੜੇ ਨੇ, ਉਹ ਤਾਂ ਦੇਗਾਂ ਦੇ ਵਿੱਚ ਉਬਲ ਰਹੇ ਨੇ, ਉਹ ਤਾਂ ਮੈਦਾਨੇ ਜੰਗ ਦੇ ਅੰਦਰ ਜੂਝ ਰਹੇ ਨੇ। ਗੱਲ ਉਸ ਤਾਕਤ ਦੀ ਨਹੀਂ ਹੈ। ਗੱਲ ਇਹ ਹੈ ਕਿ ਲੋਭ ਵਾਲੇ ਪਾਸੇ ਉਹਨਾਂ ਦਾ ਸਰੀਰ ਹੀ ਕਮਜ਼ੋਰ ਹੋ ਜਾਂਦਾ, ਉਸ ਪਾਸੇ ਪੈਰ ਵੀ ਨਹੀਂ ਪੁੱਟਦਾ। ਨਿੰਦਾ ਸੁਣਨ ਵਾਲੇ ਪਾਸੇ ਉਹਨਾਂ ਦੇ ਕੰਨ ਬੋਲੇ ਹੀ ਹੋ ਜਾਂਦੇ ਨੇ। ਮਾੜੇ ਬੋਲ ਬੋਲਣ ਵੱਲੋਂ ਉਹਨਾਂ ਦੀ ਜ਼ੁਬਾਨ ਹੀ ਗੂੰਗੀ ਹੋ ਜਾਂਦੀ ਹੈ। ਮਾੜੇ ਪਾਸੇ ਤੁਰਨ ਵੱਲੋਂ ਉਹਨਾਂ ਦੇ ਪੈਰ ਹੀ ਪਿੰਗਲੇ ਹੋ ਜਾਂਦੇ ਨੇ। ਮਾੜੇ ਕਰਮ ਕਰਨ ਵੱਲੋਂ ਉਹਨਾਂ ਦੇ ਹੱਥ ਹੀ ਮਾਨੋ ਟੁੰਡੇ ਹੋ ਜਾਂਦੇ ਨੇ। ਯਾਨੀ ਉਹਨਾਂ ਦੇ ਅੰਦਰ ਇਹ ਤਾਕਤ ਹੀ ਨਹੀਂ ਰਹਿੰਦੀ। ਭੈ ਪੈ, ਜੇ ਰੱਬੀ ਹੁਕਮ ਦੇ ਅੰਦਰ ਰਿਹਾ ਜਾਏ, ਅਦਬ ਦੇ ਵਿੱਚ ਰਿਹਾ ਜਾਏ। ਭੈ ਦਾ ਮਤਲਬ ਅਦਬ।
ਹੁਣ ਦੇਖੋ ਇਹ ਚੀਜ਼ ਸਮਝਣ ਵਾਲੀ ਹੈ, ਜਦੋਂ ਅਸੀਂ ਰੱਬੀ ਭੈ ਦੇ ਵਿੱਚ, ਰੱਬੀ ਹੁਕਮ ਦੇ ਵਿੱਚ, ਅਦਬ ਦੇ ਵਿੱਚ ਰਹਾਂਗੇ, ਤਾਂ ਅਦਬ ਕਰਨਾ ਤਾਂ ਫਿਰ ਇਹੀ ਹੈ ਨਾ ਕਿ ਸਾਰਿਆਂ ਦੇ ਵਿੱਚ ਰੱਬ ਵਸ ਰਿਹਾ ਹੈ। ਤੇ ਰੱਬ ਦਾ ਅਦਬ ਫਿਰ ਕੀ ਹੋਇਆ ਕਿ ਜੇ ਤੁਹਾਡੇ ਸਾਰਿਆਂ ਵਿੱਚ, ਭੈਣਾਂ ਵੀਰਾਂ ਵਿੱਚ ਰੱਬ ਵਸਦਾ ਹੈ, ਤਾਂ ਫਿਰ ਮੈਂ ਲੋਭ ਕਰਕੇ ਤੁਹਾਡਾ ਹੱਕ ਥੋੜੀ ਖਾਵਾਂਗਾ, ਫਿਰ ਮੈਂ ਤੁਹਾਡੇ ਨਾਲ ਈਰਖਾ ਥੋੜੀ ਕਰਾਂਗਾ, ਫਿਰ ਮੈਂ ਤੁਹਾਡੇ ਨਾਲ ਵੈਰ ਥੋੜੀ ਕਮਾਵਾਂਗਾ। ਤਾਂ ਜ਼ਰੂਰਤ ਹੈ ਅਦਬ ਦੀ, ਜ਼ਰੂਰਤ ਹੈ ਭੈ ਦੀ, ਰੱਬੀ ਪਿਆਰ ਦੀ। ਤੇ ਜਿਸ ਦਾ ਰੱਬੀ ਗੁਣਾਂ ਦੇ ਨਾਲ ਪਿਆਰ ਹੋ ਜਾਏਗਾ ਨਾ, ਉਹਦਾ ਫਿਰ ਤਨ ਜਿਹੜਾ ਹੈ ਕਮਜ਼ੋਰ ਹੋ ਜਾਂਦਾ ਹੈ, ਭਾਵ ਕਿ ਉਹਦੇ ਅੰਦਰ ਵਿਕਾਰ ਕਮਾਉਣ ਦੀ ਸੱਤਿਆ ਨਹੀਂ ਰਹਿੰਦੀ, ਉਹ ਵਿਕਾਰਾਂ ਵਾਲੇ ਪਾਸੇ ਤੁਰਦਾ ਹੀ ਨਹੀਂ। ਲੋਭ ਰੱਤ ਵਿੱਚੋਂ ਜਾਏ ਤੇ ਉਹਨਾਂ ਇਨਸਾਨਾਂ ਦੇ ਅੰਦਰੋਂ ਲੋਭ ਦੀ ਖੂਨ ਜਿਹੜਾ ਉਹ ਖਤਮ ਹੋ ਜਾਂਦਾ, ਲੋਭ ਦੀ ਰੱਤ ਨਹੀਂ ਰਹਿੰਦੀ, ਉਹਨਾਂ ਦੇ ਅੰਦਰ ਇੱਕ ਬੂੰਦ ਵੀ ਲੋਭ ਦੀ ਨਹੀਂ ਹੈ। ਤੇ ਅੱਗੇ ਹੋਰ ਮਿਸਾਲ ਦੇ ਰਹੇ ਨੇ, ਜਿਉਂ ਬੈਸੰਤਰ ਧਾਤ ਸੁਧ ਹੋਏ। ਬੈਸੰਤਰ ਦਾ ਮਤਲਬ ਅੱਗ, ਸ਼ੁੱਧ ਦਾ ਮਤਲਬ ਸਾਫ਼। ਜਿਵੇਂ ਹੁਣ ਅੱਗ ਦੇ ਵਿੱਚ ਜੇਕਰ ਸੋਨੇ ਵਗੈਰਾ ਨੂੰ ਪਾਇਆ ਜਾਏ ਤਾਂ ਅੱਗ ਦੇ ਨਾਲ ਉਹ ਸੋਨਾ ਵਗੈਰਾ ਸਾਫ਼ ਹੋ ਜਾਂਦਾ ਨਾ। ਜਿਉਂ ਬੈਸੰਤਰ ਧਾਤ ਸੁਧ ਹੋਏ, ਜੇ ਸੋਨੇ ਦੇ ਅੰਦਰ ਖੋਟ ਹੈ ਤਾਂ ਸੋਨੇ ਦਾ ਖੋਟ ਦੂਰ ਕਰਨ ਵਾਸਤੇ ਸੁਨਿਆਰਾ ਵੀਰ ਕੀ ਕਰੇਗਾ? ਉਹਨੂੰ ਕੁਠਾਲੇ ਵਿੱਚ ਪਾਏਗਾ, ਅੱਗ ਦੇ ਵਿੱਚ ਪਾਏਗਾ, ਤੇ ਜਿਵੇਂ ਜਿਵੇਂ ਅੱਗ ਸਾੜੇਗੀ, ਖੋਟ ਸੜਦਾ ਜਾਏਗਾ, ਸੋਨਾ ਸ਼ੁੱਧ ਹੋ ਜਾਏਗਾ। ਜਿਉਂ ਬੇਸੰਤਰ ਧਾਤ ਸ਼ੁੱਧ ਹੋਏ, ਜਿਵੇਂ ਅੱਗ ਵਿੱਚ ਪਾਇਆ ਸੋਨਾ ਆਦਿਕ ਧਾਤ ਸਾਫ਼ ਹੋ ਜਾਂਦੀ ਹੈ, ਉਹਦੇ ਚੋਂ ਖੋਟ ਨਿਕਲ ਜਾਂਦਾ ਹੈ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਇਸੇ ਤਰ੍ਹਾਂ ਜੋ ਰੱਬ ਦਾ ਅਦਬ ਹੈ ਨਾ, ਉਹ ਸਾਡੇ ਅੰਦਰੋਂ ਦੁਰਮਤ ਮੈਲ ਦਾ ਮਤਲਬ ਖੋਟੀ ਮੱਤ ਦੀ ਜਿਹੜੀ ਮੈਲ ਹੈ ਉਹਨੂੰ ਗਵਾ ਦਿੰਦਾ ਹੈ, ਖੋਟੀ ਮੱਤ ਨੂੰ ਖਤਮ ਕਰ ਦਿੰਦਾ ਹੈ। ਅਸਲ ਦੇ ਅੰਦਰ ਮੱਤ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਬੰਦੇ ਦੀ ਮੱਤ ਕੈਸੀ ਹੈ। ਜੇ ਉਹਦੀ ਮੱਤ ਚੰਗੀ ਹੈ ਤਾਂ ਉਹ ਚੰਗੇ ਫੈਸਲੇ ਲਵੇਗਾ, ਤੇ ਜੇ ਮੱਤ ਭੈੜੀ ਹੈ ਤਾਂ ਭੈੜੇ ਫੈਸਲੇ ਲਵੇਗਾ। ਕੋਝੀ ਮੱਤ ਵਾਲਾ, ਹੋਛੀ ਮੱਤ ਵਾਲਾ, ਭੈੜੀ ਮੱਤ ਵਾਲਾ, ਕੁਬੁੱਧ ਵਾਲਾ ਬੰਦਾ ਲੋਭ ਲਾਲਚ ਕਰਕੇ ਬੇਗਾਨੇ ਹੱਕ ਖਾਏਗਾ। ਤੇ ਜਿਸ ਦੇ ਅੰਦਰ ਪ੍ਰਭੂ ਦਾ ਭਉ ਅਦਬ ਪੈਦਾ ਹੋ ਜਾਏ, ਉਹਦੇ ਅੰਦਰੋਂ ਖੋਟੀ ਮੱਤ ਖਤਮ ਹੋ ਜਾਂਦੀ ਹੈ, ਤੇ ਖੋਟੀ ਮੱਤ ਖਤਮ ਹੋਣ ਦੇ ਨਾਲ ਅੰਦਰੋਂ ਫਿਰ ਲੋਭ ਆਦਿਕ ਦੀ ਜੋ ਰੱਤ ਹੈ ਉਹ ਖਤਮ ਹੋ ਜਾਂਦੀ ਹੈ, ਉਹਦੇ ਅੰਦਰ ਐਸੇ ਵਿਕਾਰ ਨਹੀਂ ਰਹਿੰਦੇ। ਨਾਨਕ ਤੇ ਜਨ ਸੋਹਣੇ, ਜੇ ਰੱਤੇ ਹਰ ਰੰਗ ਲਾਏ। ਜੇ ਦਾ ਮਤਲਬ ਜਿਹੜੇ, ਰੰਗ ਦਾ ਮਤਲਬ ਪਿਆਰ। ਉਹ ਬੰਦੇ ਸੋਹਣੇ ਨੇ ਜੋ ਪ੍ਰਮਾਤਮਾ ਨਾਲ ਨਹੀਂ ਲਾ ਕੇ ਔਰ ਉਹਦੇ ਪਿਆਰ ਦੇ ਅੰਦਰ ਰੰਗੇ ਗਏ ਨੇ। ਨਾਨਕ ਤੇ ਜਨ ਸੋਹਣੇ, ਉਹ ਇਨਸਾਨ ਸੋਹਣੇ ਨੇ, ਉਹਨਾਂ ਦੇ ਬੋਲ ਸੋਹਣੇ ਨੇ, ਉਹਨਾਂ ਦੇ ਵਿਹਾਰ ਸੋਹਣਾ ਹੈ, ਉਹਨਾਂ ਦੀ ਮੱਤ ਸੋਹਣੀ ਹੈ, ਉਹਨਾਂ ਦੀ ਸੋਚ ਸੋਹਣੀ ਹੈ, ਉਹ ਚੰਗੇ ਇਨਸਾਨ ਨੇ, ਸੁੰਦਰ ਨੇ, ਉਹ ਸੁੰਦਰ ਹੈ ਉਹਨਾਂ ਦਾ ਜੀਵਨ, ਜਿਹੜੇ ਪ੍ਰਭੂ ਦੇ ਗੁਣਾਂ ਦੇ ਅੰਦਰ ਰੰਗੇ ਹੋਏ ਨੇ, ਜਿਨ੍ਹਾਂ ਨੇ ਆਪਣੀ ਸੋਚ ਨੂੰ, ਆਪਣੀ ਮੈਂਟੈਲਿਟੀ ਨੂੰ ਰੱਬੀ ਗੁਣਾਂ ਦੇ ਨਾਲ ਰੰਗ ਲਿਆ ਹੈ, ਸੱਚ ਨਾਲ, ਸੰਤੋਖ ਨਾਲ, ਦਇਆ ਨਾਲ, ਧਰਮ ਨਾਲ, ਪ੍ਰੇਮ ਨਾਲ, ਨਿਰਭੈਤਾ ਨਾਲ, ਨਿਰਵੈਰਤਾ ਨਾਲ, ਸਚਾਈ ਨਾਲ, ਇਨਸਾਨੀਅਤ ਨਾਲ। ਉਹ ਇਨਸਾਨ ਸੋਹਣੇ ਨੇ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜੋ ਖੋਟੀ ਮੱਤ ਹੈ, ਉਸ ਖੋਟੀ ਮੱਤ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਲੋਭ ਆਦਿਕ ਵਿਕਾਰ ਪੈਦਾ ਹੋ ਜਾਂਦੇ ਨੇ। ਲੋਭ ਆਦਿਕ ਵਿਕਾਰ ਪੈਦਾ ਹੋਣ ਦੇ ਨਾਲ ਬੰਦਾ ਇਨਸਾਨੀਅਤ ਤੋਂ ਹੌਲੇ-ਹੌਲੇ ਦੂਰ ਚਲਾ ਜਾਂਦਾ ਹੈ, ਆਤਮਕ ਮੌਤ ਤੇ ਮਰ ਜਾਂਦਾ ਹੈ। ਪਰ ਜਿਹੜੇ ਇਨਸਾਨ ਪ੍ਰਭੂ ਦੇ ਡਰ, ਅਦਬ, ਭੈ ਦੇ ਅੰਦਰ ਰਹਿੰਦੇ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਇਹ ਲੋਭ ਆਦਿਕ ਖਤਮ ਹੋ ਜਾਂਦੇ ਨੇ। ਤੇ ਮਿਸਾਲ ਦੇ ਕੇ ਸਮਝਾ ਰਹੇ ਹਨ ਕਿ ਜਿਵੇਂ ਸੋਨਾ ਆਦਿਕ ਧਾਤ ਨੂੰ ਅੱਗ ਵਿੱਚ ਪਾਇਆ, ਉਹਦੇ ਚੋਂ ਖੋਟ ਸੜ ਜਾਂਦਾ ਹੈ ਔਰ ਉਹ ਪਵਿੱਤਰ, ਸਾਫ ਸੁਥਰਾ, ਸ਼ੁੱਧ ਹੋ ਜਾਂਦਾ ਹੈ। ਇਸੇ ਤਰ੍ਹਾਂ ਜੋ ਰੱਬ ਦਾ ਡਰ ਅਦਬ ਹੈ, ਜਦੋਂ ਬੰਦਾ ਉਸ ਡਰ ਅਦਬ ਦੇ ਵਿੱਚ ਜ਼ਿੰਦਗੀ ਜੀਂਦਾ ਹੈ ਨਾ, ਤਾਂ ਉਸ ਬੰਦੇ ਦੀ ਖੋਟੀ ਮੱਤ, ਖੋਟੀ ਸੋਚ ਖਤਮ ਹੋ ਜਾਂਦੀ ਹੈ, ਉਹ ਇਨਸਾਨ ਸੋਹਣਾ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਸਾਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ
ਕਿ ਅਸੀਂ ਸੱਚ ਦੇ ਨਾਲ ਜੁੜ ਕੇ, ਰੱਬੀ ਗੁਣਾਂ ਦੇ ਨਾਲ ਜੁੜ ਕੇ, ਆਪਣੇ ਅੰਦਰੋਂ ਖੋਟ ਵਿਕਾਰਾਂ ਨੂੰ ਦੂਰ ਕਰਕੇ ਆਪਣੇ ਇਸ ਜੀਵਨ ਨੂੰ ਸੋਹਣਾ ਸੁਚੱਜਾ ਬਣਾਉਣ ਦਾ ਯਤਨ ਕਰਨਾ ਹੈ। ਤੇ ਇਹ ਪੋਸੀਬਿਲਿਟੀ ਭਾਈ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਅਗਲਾ ਬਚਨ ਕਰਦੇ ਨੇ, ਫਰੀਦਾ ਸੋਈ ਸਰਵਰ ਢੂੰਡ ਲਹੋ, ਜਿੱਥੋਂ ਲੱਭੀ ਵਥ, ਛੱਪੜ ਢੂੰਢੈ ਕਿਆ ਹੋਵੇ, ਚਿੱਕੜ ਡੁੱਬੈ ਹੱਥ। ਹੁਣ ਢੂਠ ਲਿਖਿਆ ਹੈ, ਢੂਠ ਤਾਂ ਇਹਨੂੰ ਢੂਠ ਨਹੀਂ, ਇੱਥੇ ਪਹਿਲੇ ਢੱਡੇ ਦੇ ਉੱਤੇ ਅਸੀਂ ਟਿੱਪੀ ਲਗਾਵਾਂਗੇ ਢੂੰਡ, ਤੇ ਢੂੰਡ ਵੀ ਨਹੀਂ ਬੋਲਾਂਗੇ, ਡ ਨਹੀਂ ਬੋਲਾਂਗੇ, ਢ ਬੋਲਾਂਗੇ। ਪਰ ਢੱਡਾ ਬੋਲਣ ਵਾਸਤੇ ਜਿਵੇਂ ਹਿੰਦੀ ਦਾ ਨਹੀਂ ਢ ਕਰਕੇ ਬੋਲੀਦਾ, ਢੂੰਡ, ਜਦੋਂ ਐਵੇਂ ਬੋਲਾਂਗੇ ਤਾਂ ਇਹ ਸ਼ਬਦ ਭੁੱਲ ਜਾਏਗਾ। ਫਰੀਦਾ ਸੋਈ ਸਰਵਰ ਢੂੰਡ ਲਓ, ਜਿੱਥੋਂ ਲੱਭੀ ਵਥ। ਸਰਵਰ ਦਾ ਮਤਲਬ ਸੋਹਣਾ ਤਲਾਬ, ਸਰ ਦਾ ਮਤਲਬ ਤਲਾਬ, ਤੇ ਵਰ ਦਾ ਮਤਲਬ ਹੁੰਦਾ ਹੈ ਸੋਹਣਾ। ਸਰਵਰ, ਸਰ ਦਾ ਮਤਲਬ ਤਲਾਬ, ਵਰ ਦਾ ਮਤਲਬ ਸੋਹਣਾ, ਸਰਵਰ ਦਾ ਮਤਲਬ ਸੋਹਣਾ ਤਲਾਬ। ਵਥ ਦਾ ਮਤਲਬ ਅਸਲ ਚੀਜ਼, ਸੱਚਾਈ, ਸੱਚਾਈ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਹੇ ਫਰੀਦ, ਉਹ ਸੋਹਣਾ ਤਲਾਬ ਲੱਭ ਜਿੱਥੋਂ ਤੈਨੂੰ ਜ਼ਿੰਦਗੀ ਦੀ ਅਸਲੀਅਤ ਮਿਲ ਜਾਏ, ਜਿੱਥੋਂ ਤੈਨੂੰ ਸੱਚ ਮਿਲੇ, ਜਿੱਥੋਂ ਤੈਨੂੰ ਆਤਮਿਕ ਜੀਵਨ ਜੀਣ ਵਾਲਾ ਰਾਸਤਾ ਮਿਲੇ। ਇਹੋ ਜਿਹਾ ਕੋਈ ਸਰੋਵਰ ਲੱਭ। ਸਰਵਰ ਦਾ ਮਤਲਬ ਸੋਹਣਾ ਤਲਾਬ, ਜਿੱਥੋਂ ਤੈਨੂੰ ਜ਼ਿੰਦਗੀ ਦੀ ਅਸਲੀਅਤ ਮਿਲੇ, ਤੈਨੂੰ ਗਿਆਨ ਮਿਲੇ, ਜਿੱਥੋਂ ਤੂੰ ਸੱਚ ਦੇ ਨਾਲ ਜੁੜ ਸਕੇ, ਸੱਚਾਈ ਤੈਨੂੰ ਮਿਲ ਸਕੇ। ਇਹੋ ਜਿਹਾ ਸੋਹਣਾ ਤਲਾਬ ਲੱਭ। ਛੱਪੜ ਢੂੰਢੇ ਕਿਆ ਹੋਵੇ, ਚਿੱਕੜ ਡੁੱਬੇ ਹੱਥ। ਛੱਪੜ ਢੂੰਡੇ ਦਾ ਮਤਲਬ ਜੇ ਛੱਪੜ ਦੇ ਵਿੱਚ ਲੱਭਦੇ ਫਿਰੀਏ, ਛੱਪੜ ਭਾਲੀਏ। ਚਿੱਕੜ ਦਾ ਮਤਲਬ ਚਿੱਕੜ। ਛੱਪੜ ਭਾਲਿਆਂ ਤੇ ਕੁਝ ਨਹੀਂ ਮਿਲਣਾ, ਕਿਉਂਕਿ ਚਿੱਕੜ ਵਿੱਚ ਹੱਥ ਡੁੱਬੇਗਾ। ਦੇਖਿਆ ਨਾ ਪਿੰਡਾਂ ਦੇ ਵਿੱਚ ਫੇਰੇ ਛੱਪੇ ਗਏ, ਪਿੰਡਾਂ ਦੇ ਬਾਰ-ਬਾਰ ਛੱਪੜ ਹੁੰਦੇ ਨੇ, ਅਸੀਂ ਸਾਰਿਆਂ ਨੇ ਦੇਖੇ ਨੇ, ਕਿ ਸਾਰੇ ਪਿੰਡ ਦੀ ਗੰਦਗੀ ਉਸ ਛੱਪੜ ਵਿੱਚ ਪੈਂਦੀ ਹੈ। ਤੇ ਜੇ ਉਸ ਛੱਪੜ ਦੇ ਵਿੱਚ ਕੋਈ ਹੱਥ ਮਾਰੇ ਤਾਂ ਉੱਥੋਂ ਕੀ ਮਿਲੇਗਾ? ਗੰਦਗੀ ਮਿਲੇਗੀ ਨਾ। ਸਾਰੇ ਪਿੰਡ ਦਾ ਗੋਹਾ ਕੂੜਾ ਰੁੜ ਕੇ ਉਹਦੇ ਵਿੱਚ ਹੀ ਜਾ ਰਿਹਾ ਹੈ। ਇਸ ਲਈ ਜੇ ਛੱਪੜ ਦੇ ਅੰਦਰ ਹੱਥ ਮਾਰੇਗਾ ਤਾਂ ਤੇਰਾ ਹੱਥ ਚਿੱਕੜ ਦੇ ਵਿੱਚ ਲਿਬੜ ਜਾਏਗਾ। ਤਾਂ ਇੱਥੇ ਸਰਵਰ ਦਾ ਮਤਲਬ ਹੈ ਸਤਸੰਗਤ, ਗੁਰੂ ਦੀ ਸ਼ਰਨ। ਗੁਰੂ ਦੀ ਸ਼ਰਨ ਲੱਭ, ਸੱਚੇ ਗੁਰੂ ਦੇ ਨਾਲ ਜੁੜ, ਸੱਚੇ ਗਿਆਨ ਦੇ ਨਾਲ ਜੁੜ। ਇੱਥੋਂ ਤੈਨੂੰ ਜ਼ਿੰਦਗੀ ਦੀ ਅਸਲੀਅਤ ਮਿਲੇਗੀ। ਜਿਵੇਂ ਹੁਣ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ, ਜਿੰਨੇ ਕੁ ਮਾਲਕ ਨੇ ਮਤ ਬੁੱਧ ਬਖਸ਼ੀ ਹੈ। ਸਾਨੂੰ ਇੱਥੋਂ ਸੱਚਾ ਗਿਆਨ ਮਿਲੇਗਾ, ਇੱਥੋਂ ਸਾਨੂੰ ਵੇ ਆਫ ਲਾਈਫ ਮਿਲੇਗਾ, ਜੀਵਨ ਦਾ ਢੰਗ ਮਿਲੇਗਾ, ਯੂਨੀਵਰਸਲ ਟਰੁੱਥ, ਬ੍ਰਹਿਮੰਡੀ ਸੱਚ ਮਿਲੇਗਾ। ਸਾਡੇ ਅੰਦਰ ਇਨਸਾਨੀਅਤ ਪੈਦਾ ਹੋਏਗੀ ਜੇ ਅਸੀਂ ਗੁਰਬਾਣੀ ਦੇ ਨਾਲ ਜੁੜਦੇ ਹਾਂ, ਜੇ ਗੁਰਬਾਣੀ ਨੂੰ ਅਸੀਂ ਅਮਲ ਵਿੱਚ ਲਿਆਉਂਦੇ ਹਾਂ। ਤਾਂ ਇਸ ਕਰਕੇ ਸਾਨੂੰ ਗੁਰੂ ਦੇ ਨਾਲ ਜੁੜਨਾ ਚਾਹੀਦਾ, ਜਿੱਥੋਂ ਸਾਨੂੰ ਸੱਚਾ ਗਿਆਨ ਮਿਲੇ, ਜ਼ਿੰਦਗੀ ਦੀ ਅਸਲੀਅਤ ਮਿਲੇ, ਯੂਨੀਵਰਸਲ ਟਰੁੱਥ ਮਿਲੇ, ਬ੍ਰਹਿਮੰਡੀ ਸੱਚ ਮਿਲੇ, ਸਾਡੇ ਅੰਦਰ ਇਨਸਾਨੀਅਤ ਪੈਦਾ ਹੋਵੇ ਔਰ ਸਾਨੂੰ ਅਸਲੀਅਤ ਦਾ ਗਿਆਨ ਹੋ ਜਾਏ ਕਿ ਅਸਲੀਅਤ ਕੀ ਹੈ। ਹੁਣ ਛੱਪੜ ਢੂੰਡੇ ਕੀ ਹੈ? ਇਹ ਤੇ ਹੋ ਗਿਆ ਸਤਸੰਗਤ, ਗੁਰੂ ਦੀ ਸ਼ਰਨ, ਇਹ ਤੇ ਹੋ ਗਿਆ ਸੋਹਣਾ ਸਰੋਵਰ। ਤੇ ਛੱਪੜ ਕੀ ਹੈ? ਛੱਪੜ ਵਾਸਤੇ ਹੁਣ ਪਿਛਲੇ ਸ਼ਲੋਕ ਨੂੰ ਵਿਚਾਰੋ। ਕੰਨ ਮੁਸੱਲਾ, ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਉਹ ਛੱਪੜ ਹੈ ਜਿਹੜਾ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਨ ਵਾਸਤੇ ਧਾਰਮਿਕ ਬਾਣਾ ਪਾਈ ਫਿਰਦਾ ਹੈ। ਜੇ ਉਹਨਾਂ ਦੇ ਕੋਲ ਜਾ ਕੇ ਲੱਭੇਗਾ, ਚਿੱਕੜ ਵਿੱਚ ਹੱਥ ਡੁੱਬੇਗਾ, ਹੋਰ ਪੱਲੇ ਕੱਖ ਨਹੀਂ ਪੈਣਾ। ਇਸ ਲਈ ਬਾਬਾ ਕਬੀਰ ਜੀ ਨੇ ਵੀ ਸਾਨੂੰ ਸਮਝਾਇਆ ਹੈ, ਕਬੀਰ ਸਮੁੰਦ ਨਾ ਛੋੜੀਏ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਏ। ਸਮੁੰਦਰ ਨੂੰ ਨਾ ਛੱਡੋ ਜੋ ਭਾਵੇਂ ਖਾਰਾ ਵੀ ਹੈ, ਬਹੁਤ ਵੱਡਾ ਹੈ, ਮਹਾਨ ਹੈ। ਛੱਪੜੀਆਂ ਛੱਪੜੀਆਂ ਨੂੰ ਲੱਭਦਿਆਂ ਕੋਈ ਚੰਗਾ ਨਹੀਂ ਕਵੇਗਾ, ਛੱਪੜੀਆਂ ਵਿੱਚ ਹੱਥ ਮਾਰਦੇ ਫਿਰੋਗੇ, ਚਿੱਕੜ ਦੇ ਵਿੱਚ ਹੱਥ ਫੇਰਦੇ ਫਿਰੋਗੇ, ਕੋਈ ਚੰਗਾ ਨਹੀਂ ਕਵੇਗਾ। ਇਸ ਲਈ ਗੁਰੂ ਦੇ ਨਾਲ ਜੁੜੋ,
ਜਿੰਨੇ ਵੀ ਆ ਲੋਕ ਨੇ, ਬੇਸ਼ੱਕ ਉਹ ਅਖੌਤੀ ਜੋਤਸ਼ੀ ਨੇ, ਬਾਬੇ ਨੇ, ਜਾਂ ਵਹਿਮਾਂ ਭਰਮਾਂ ਦੇ ਵਿੱਚ ਪਾਉਣ ਵਾਲੇ ਨੇ, ਚਿੱਕੜ ਵਿੱਚ ਹੱਥ ਡੁੱਬਣ ਤੋਂ ਇਲਾਵਾ ਕੁਝ ਨਹੀਂ ਪੱਲੇ ਪੈਣਾ। ਜਿੰਨੇ ਵੀ ਅਵਰਤ ਨਰਾਤੇ ਸਰਾਧ ਨੇ, ਜਾਂ ਤੀਰਥ ਯਾਤਰਾਵਾਂ ਨੇ, ਜਾਂ ਮਤਲਬ ਆ ਜਪ ਤਪ ਸੰਜਮ ਸਾਧਨ ਨੇ, ਵਿਖਾਵੇ ਦਾ ਜਿਹੜਾ ਜੀਵਨ ਹੈ, ਜੇ ਕੰਮ ਕਰਾਂਗੇ ਤੇ ਚਿੱਕੜ ਵਿੱਚ ਹੀ ਹੱਥ ਡੁੱਬਣਾ ਹੈ। ਸੋਚ ਦੇ ਅੰਦਰ ਚਿੱਕੜ ਹੀ ਪੈਦਾ ਹੋਏਗਾ। ਅੱਜ ਤੱਕ ਹੁਣ ਦੇਖੋ, ਜਿਵੇਂ ਮਿਸਾਲ ਵਾਸਤੇ ਇੱਕ ਜੋਤਸ਼ੀ ਕਹਿੰਦਾ ਹੈ ਕਿ ਤੁਹਾਡੀ ਮੈਂ ਕਿਸਮਤ ਬਦਲ ਸਕਦਾ ਹਾਂ। ਜੋਤਸ਼ੀ ਹੱਥ ਵੇਖ ਕੇ ਦੱਸ ਰਿਹਾ ਹੈ 5 ਰੁਪਏ ਲੈ ਕੇ ਕਿ ਤੇਰਾ ਵੀਜ਼ਾ ਲੱਗੇਗਾ ਕਿ ਨਹੀਂ। ਹੁਣ ਇੰਨੀ ਅਕਲ ਤੇ ਵੀਜ਼ਾ ਲਵਾਉਣ ਵਾਲੇ ਨੂੰ ਵੀ ਚਾਹੀਦੀ ਨਾ, ਵੀ ਜੇ ਜੋਤਸ਼ੀ ਮੇਰਾ ਵੀਜ਼ਾ ਲਵਾਉਣ ਵਾਲਾ ਹੁੰਦਾ ਤੇ ਆਪ ਇਹ ਸੜਕ ਦੇ ਉੱਤੇ ਕਿਉਂ ਬੈਠਾ ਹੁੰਦਾ, ਆਪ ਤੇ ਘੱਟਾ ਪਾਉਂਦਾ ਸਾਰਾ ਦਿਨ ਬੱਸਾਂ ਕਾਰਾਂ ਦਾ ਸਿਰ 'ਚ, ਇਹ ਆਪ ਨਾ ਅਮਰੀਕਾ ਕੈਨੇਡਾ ਪਹੁੰਚਿਆ ਹੁੰਦਾ। ਹੈਰਾਨਗੀ ਦੀ ਗੱਲ ਇਹ ਹੈ, ਅਸੀਂ ਬਾਬਿਆਂ ਕੋਲ ਜਾ ਰਹੇ ਹਾਂ, ਬਾਬਾ ਜੀ ਸਾਡੇ ਬੱਚੇ ਦੇ ਸਿਰ ਤੇ ਹੱਥ ਫੇਰੋ। ਕਿਉਂ? ਅੱਜ ਇਹਨੇ ਬੱਚੇ ਨੇ ਇਮਤਿਹਾਨ ਦੇਣ ਜਾਣਾ ਹੈ, ਤੇ ਇਮਤਿਹਾਨ ਕਾਹਦਾ ਦੇਣਾ ਹੈ? MSc ਦਾ ਫਾਈਨਲ ਇਹਦਾ ਪੇਪਰ ਹੈ, ਐਗਜ਼ਾਮ ਹੈ, ਤੇ ਬਾਬਾ 10 ਪੜਿਆ। ਜੇ ਬਾਬੇ ਦੇ ਆਸ਼ੀਰਵਾਦ ਨਾਲ ਬੱਚਾ MSc ਕਰ ਸਕਦਾ ਹੁੰਦਾ ਜਾਂ ਡਾਕਟਰ ਬਣ ਸਕਦਾ ਹੁੰਦਾ, ਤੇ ਬਾਬਾ ਆਪ ਨਾ ਮਤਲਬ ਪੜ ਲੈਂਦਾ। ਤਾਂ ਇਹ ਸਾਰੇ ਕੀ ਨੇ? ਇਹਨਾਂ ਨੂੰ ਗੁਰੂ ਜੀ ਛੱਪੜ ਕਹਿ ਰਹੇ ਨੇ। ਜਿਹੜੇ ਲੋਕ ਕੇਵਲ ਧਾਰਮਿਕ ਪਹਿਨਾਵੇ ਪਹਿਨ ਰਹੇ ਨੇ, ਮੂੰਹ ਦੇ ਬੜੇ ਮਿੱਠੇ ਨੇ, ਅੰਦਰ ਉਹਨਾਂ ਦੇ ਕੈਂਚੀ ਹੈ, ਇਮੋਸ਼ਨਲ ਬਲੈਕਮੇਲ ਕਰ ਰਹੇ ਨੇ, ਲੋਕਾਂ ਨੂੰ ਗਲਤ ਰਾਹਾਂ ਤੇ ਪਾ ਰਹੇ ਨੇ, ਉਹਨਾਂ ਨੂੰ ਇੱਥੇ ਛੱਪੜ ਕਿਹਾ ਜਾ ਰਿਹਾ ਹੈ। ਜੇ ਇਹਨਾਂ ਛੱਪੜਾਂ ਦੇ ਨਾਲ ਜੁੜੋਗੇ ਤਾਂ ਸਵਾਏ ਚਿੱਕੜ ਦੇ ਵਿੱਚ ਹੱਥ ਡੁੱਬਣਗੇ, ਮਤਲਬ ਤੁਹਾਡੀ ਮੈਂਟੈਲਿਟੀ ਦੇ ਵਿੱਚ ਵੀ ਚਿੱਕੜ ਭਰ ਜਾਏਗਾ। ਔਰ ਹਕੀਕਤ ਹੈ, ਇੰਨਾ ਕੁਝ ਸੁਣ ਕੇ ਸਾਡੇ ਰੇਡੀਓ, ਟੀਵੀ, ਅਖਬਾਰ ਜਾਂ ਸਾਡਾ ਚੌਗਿਰਦਾ ਬਹੁਗਿਣਤੀ ਬਾਬਿਆਂ ਦੀ, ਪ੍ਰਚਾਰਕਾਂ ਦੀ, ਜਿਨ੍ਹਾਂ ਨੇ ਐਸ਼ ਢੰਗ ਦੇ ਨਾਲ ਐਕਸਪਲੇਨ ਕੀਤਾ, ਤੇ ਉਹ ਚੀਜ਼ਾਂ ਸਾਡੇ ਅੰਦਰ ਬਹਿ ਗਈਆਂ। ਨਰਕ, ਸਵਰਗ ਜਾਂ ਹੋਰ ਐਸੀਆਂ ਚੀਜ਼ਾਂ, ਇਹ ਸਾਰਾ ਚਿੱਕੜ ਹੀ ਸੀ ਨਾ ਭਰ ਗਿਆ ਅੰਦਰ, ਮਾਨਸਿਕਤਾ ਦੇ ਅੰਦਰ, ਸੋਚ ਦੇ ਅੰਦਰ। ਇਹ ਚੀਜ਼ਾਂ ਭਰ ਜਾਣਗੀਆਂ ਜੇਕਰ ਛੱਪੜ ਦੇ ਨਾਲ ਜੁੜੋਗੇ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਉਹ ਸਰਵਰ ਲੱਭੋ, ਫਰੀਦਾ ਸੋਈ ਸਰਵਰ ਢੂੰਡ ਲਓ ਜਿੱਥੋਂ ਲੱਭੀ ਵੱਤ, ਜਿੱਥੋਂ ਜ਼ਿੰਦਗੀ ਦੀ ਅਸਲੀਅਤ ਮਿਲੇ। ਸਤਸੰਗ ਵਿੱਚ ਗੁਰੂ ਦੇ ਚਰਨਾਂ ਦੀ ਸ਼ਰਨ ਲਓ, ਜਿਹੜਾ ਸੋਹਣਾ ਸਰੋਵਰ ਹੈ ਗੁਰੂ, ਉਹਦੇ ਨਾਲ ਜੁੜੋ। ਤੁਹਾਨੂੰ ਗੁਰੂ ਦੇ ਚਰਨਾਂ ਦੀ ਸ਼ਰਨ ਚੋਂ ਅਸਲੀਅਤ ਮਿਲੇਗੀ ਜ਼ਿੰਦਗੀ ਦੀ। ਛੱਪੜ ਢੂੰਡੇ ਕਿਆ ਲਹੋਵੇ, ਚਿੱਕੜ ਡੁੱਬੇ ਹੱਥ। ਜੇ ਦੇਹ ਧਾਰੀਆਂ ਛੱਪੜਾਂ ਦੇ ਕੋਲ ਲੱਭਦੇ ਫਿਰੋਗੇ ਤੇ ਤੁਹਾਡਾ ਚਿੱਕੜ ਦੇ ਵਿੱਚ ਹੱਥ ਡੁੱਬੇਗਾ, ਹੋਰ ਕੁਝ ਨਹੀਂ, ਮਿਲਣ ਵਾਲਾ ਕੁਝ ਨਹੀਂ ਹੈ। ਮਾਨਸਿਕਤਾ ਦੇ ਅੰਦਰ ਵਿਕਾਰਾਂ ਦੀ ਗੰਦਗੀ ਭਰ ਜਾਏਗੀ, ਈਰਖਾ ਦਵੇਸ਼ ਦੀ ਗੰਦਗੀ ਭਰ ਜਾਏਗੀ। ਤਾਂ ਉਹਨਾਂ ਲੋਕਾਂ ਨੂੰ ਇੱਥੇ ਛੱਪੜ ਕਿਹਾ ਜਾ ਰਿਹਾ ਹੈ, ਜਿਨ੍ਹਾਂ ਨੇ ਬਾਹਰੋਂ ਧਾਰਮਿਕ ਪਹਿਨਾਵਾ ਪਹਿਨਿਆ ਹੈ, ਜਿਨ੍ਹਾਂ ਦੀ ਬੋਲ ਬਾਣੀ ਬੜੀ ਮਿੱਠੀ ਹੈ, ਜਿਹੜੇ ਬਾਹਰੋਂ ਬੜੀਆਂ ਗਿਆਨ ਦੀਆਂ ਗੱਲਾਂ ਕਰਦੇ ਨੇ, ਲੇਕਿਨ ਅੰਦਰ ਲੱਭ, ਲੋਭ, ਲਾਲਚ ਹੈ, ਤੇ ਦੂਜਿਆਂ ਦੇ ਹੱਕ ਖਾ ਰਹੇ ਨੇ ਤੇ ਵਿਚਾਰ ਕਮਾ ਰਹੇ ਨੇ। ਇਹਨਾਂ ਦੇ ਨਾਲ ਜੇ ਜੁੜੋਗੇ ਤੇ ਭਾਈ ਚਿੱਕੜ ਵਿੱਚ ਹੱਥ ਡੁੱਬੇਗਾ। ਤਾਂ ਸਾਨੂੰ ਇੱਥੇ ਜੀਣ ਵਾਸਤੇ ਕੀ ਸੇਧ ਮਿਲ ਰਹੀ ਹੈ ਕਿ ਅਸੀਂ ਗੁਰਬਾਣੀ ਤੋਂ ਸੇਧ ਲੈਣੀ ਹੈ, ਵਿਕਾਰਾਂ, ਪਾਪਾਂ ਔਰ ਪਖੰਡੀ ਲੋਕਾਂ ਤੋਂ ਆਪਣਾ ਖਹਿੜਾ ਛੁਡਾ ਕੇ ਜ਼ਿੰਦਗੀ ਦੀ ਅਸਲੀਅਤ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਫਰੀਦਾ ਨੰਢੀ ਕੰਤ ਨਾ ਰਾਵਿਓ, ਵੱਡੀ ਥੀ ਮੁਯਾਸ, ਅਨਕੂ ਕਹਿੰਦੀ ਗੂਰ ਮੇ, ਤੈ ਸ਼ਹੋ ਨਾ ਮਿਲਿਆਸ। ਨੰਢੀ ਦਾ ਮਤਲਬ ਜਵਾਨ ਇਸਤਰੀ, ਨਾ ਰਾਵਿਓ ਦਾ ਮਤਲਬ ਨਾ ਮਾਣਿਆ, ਵੱਡੀ ਥੀ ਦਾ ਮਤਲਬ ਬੁੱਢੀ ਹੋ ਕੇ, ਮੁਯਾਸ ਦਾ ਮਤਲਬ ਮਰ ਗਈ, ਉਹ ਮਰ ਗਈ। ਮੁਯਾਸ ਦਾ ਮਤਲਬ ਮੁਯਾਸੋ, ਮੁਯਾਸ, ਉਹ ਮਰ ਗਈ। ਤਾਂ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਜਿਸ ਜਵਾਨ ਇਸਤਰੀ ਨੇ ਯਾਨੀ ਪ੍ਰਭੂ ਦਾ ਆਨੰਦ ਨਹੀਂ ਮਾਣਿਆ, ਜਵਾਨੀ ਵੇਲੇ ਰੱਬ ਨੂੰ ਨਹੀਂ ਸਿਮਰਿਆ, ਯਾਨੀ ਰੱਬੀ ਗੁਣਾਂ ਦਾ ਧਾਰਨੀ ਨਹੀਂ ਹੋਇਆ, ਸੱਚ ਦੇ ਨਾਲ ਜੋ ਨਹੀਂ ਜੁੜਿਆ, ਤੇ ਵੱਡੀ ਥੀ ਮੁਯਾਸ, ਵੱਡਾ ਹੋਇਆ, ਬਜ਼ੁਰਗ ਹੋਇਆ ਤੇ ਮਰ ਗਿਆ। ਤਨਕੂ ਕਹਿੰਦੀ ਗੂਰ ਮੇ, ਤੈ ਸ਼ੋ ਨਾ ਮਿਲਿਆਸ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਕਬੀਰ ਕਬਰ ਵਿੱਚ ਤਰਲੇ ਲੈਂਦੀ ਹੈ, ਭਾਵ ਮਰਨ ਪਿੱਛੋਂ ਜੀ ਪਛਤਾਉਂਦਾ ਹੈ ਕਿ ਮੈਂ ਪ੍ਰਭੂ ਦੇ ਨਾਲ ਨਹੀਂ ਮਿਲ ਸਕਿਆ। ਹੁਣ ਇਹ ਚੀਜ਼ ਨੂੰ ਸਮਝਣਾ ਹੈ।
ਅਸੀਂ ਜਵਾਨੀ ਦਾ ਜਾਂ ਹੁਣ ਤੱਕ ਦਾ ਜੋ ਸਮਾਂ ਗਵਾਇਆ ਹੈ, ਨੰਢੀ ਕੰਤ ਨਾ ਰਾਵਿਓ ਦਾ ਮਤਲਬ ਜੋ ਸਾਨੂੰ ਸਮਾਂ ਮਿਲਿਆ ਹੈ, ਇਹਦੇ ਵਿੱਚ ਅਸੀਂ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕਰ ਰਹੇ। ਪ੍ਰਭੂ ਦੇ ਮਿਲਾਪ ਦਾ ਮਤਲਬ ਜਿਹੜੇ ਰੱਬੀ ਗੁਣ ਨੇ, ਸੱਚ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਦਇਆ ਹੈ, ਸੰਤੋਖ ਹੈ, ਇਨਸਾਨੀਅਤ ਹੈ, ਪ੍ਰੇਮ ਮੁਹੱਬਤ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨਾ ਹੈ। ਇਹਨਾਂ ਚੀਜ਼ਾਂ ਨੂੰ ਅਸੀਂ ਮਾਣ ਨਹੀਂ ਰਹੇ। ਮੰਨਣਾ ਚਾਹੀਦਾ ਨਾ। ਦੇਖੋ, ਮੰਨਣ ਦਾ ਮਤਲਬ ਕੀ ਹੈ? ਵੀ ਸੱਚ ਅਸੀਂ ਬੋਲਾਂਗੇ, ਸੱਚੀ ਜ਼ਿੰਦਗੀ ਜੀਵਾਂਗੇ, ਤਾਂ ਸੱਚੀ ਜ਼ਿੰਦਗੀ ਜੀਣ ਦੇ ਨਾਲ ਜਿਹੜਾ ਸੁੱਖ ਮਿਲੇਗਾ, ਉਹੀ ਬੰਦਾ ਮਾਣੇਗਾ ਨਾ। ਜੋ ਸੱਚ ਬੋਲੇਗਾ ਤਾਂ ਉਹਨੂੰ ਕਹਿੰਦੇ ਨੇ ਮੰਨਣਾ, ਯਾਨੀ ਇਹਨਾਂ ਗੁਣਾਂ ਦੇ ਉੱਤੇ ਅਮਲ ਕਰਕੇ ਤੇ ਆਨੰਦ ਲੈਣਾ। ਪ੍ਰੇਮ ਨੂੰ ਹੁਣ ਕੌਣ ਮਾਣੇਗਾ? ਜੋ ਪ੍ਰੇਮ ਦੇ ਨਾਲ ਰਹੇਗਾ। ਜੇ ਅਸੀਂ ਸਾਰੇ ਵੀਰ ਭੈਣਾਂ, ਜਿੰਨੇ ਵੀ ਅਸੀਂ ਹੁਣ 40-45 ਜਣੇ ਜੁੜੇ ਆ, ਤੇ ਜੇ ਅਸੀਂ ਸਾਰੇ ਪ੍ਰੇਮ ਦੇ ਨਾਲ ਰਹਿੰਦੇ ਆ, ਪਿਆਰ ਦੇ ਨਾਲ ਵਿਚਰ ਰਹੇ ਆ, ਤਾਂ ਸਾਡੇ ਜੀਵਨ ਵਿੱਚ ਖੁਸ਼ੀ ਹੈ। ਤੇ ਜੇ ਅਸੀਂ ਇੱਕ ਦੂਜੇ ਨਾਲ ਈਰਖਾ ਕਰਨ ਦੇ ਅੰਦਰ ਟਾਈਮ ਗਵਾ ਦਈਏ, ਤਾਂ ਪ੍ਰੋਬਲਮ ਹੈ ਨਾ। ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਆਪਣੇ ਸਮੇਂ ਨੂੰ ਨਾ ਗਵਾਓ। ਜੇ ਸਮੇਂ ਨੂੰ ਗਵਾਓਗੇ, ਵੱਡੀ ਥੀ ਮੁਜਾਸ, ਜਦੋਂ ਇਹ ਸਮਾਂ ਨਿਕਲ ਗਿਆ ਤੇ ਫਿਰ ਮੌਤ ਹੋ ਜਾਣੀ ਹੈ, ਆਤਮਕ ਮੌਤ ਤੇ ਮਰ ਜਾਵਾਂਗੇ। ਮੰਨ ਲਓ, ਸਪੋਜ਼ ਕਿਸੇ ਬੰਦੇ ਦਾ ਕੋਈ 100 ਪਾਉਂਡ ਡਿੱਗ ਪਿਆ, 50-50 ਦੇ 2 ਨੋਟ ਡਿੱਗ ਪਏ, ਮੈਂ ਉਸ ਬੰਦੇ ਦੇ ਪਿੱਛੇ ਜਾ ਰਿਹਾ। ਹੁਣ ਚਾਹਾਂ ਤੇ ਮੈਂ ਉਹਨਾਂ ਨੋਟਾਂ ਨੂੰ ਚੁੱਕ ਕੇ ਆਪਣੇ ਜੇਬ ਵਿੱਚ ਪਾ ਲਵਾਂ, ਤੇ ਚਾਹਾਂ ਤੇ ਉਹਨੂੰ ਆਵਾਜ਼ ਮਾਰ ਕੇ ਕਹਾਂ ਵੀ ਤੇਰੇ ਆ ਪੈਸੇ ਡਿੱਗ ਗਏ ਨੇ। ਮੇਰੇ ਕੋਲ ਇਹ 2 ਆਪਸ਼ਨ ਨੇ। ਜੇ ਤਾਂ ਮੈਂ ਇਹ ਆਪਸ਼ਨ ਅਪਣਾਉਣਾ ਕਿ ਉਸ ਵੀਰ ਨੂੰ ਆਵਾਜ਼ ਮਾਰਾਂ ਕਿ ਵੀਰੇ ਆ ਤੇਰੇ ਪੈਸੇ ਡਿੱਗ ਪਏ ਨੇ, ਤਾਂ ਇਹਦਾ ਮਤਲਬ ਮੈਂ ਪ੍ਰਭੂ ਮਿਲਾਪ ਦਾ ਮੌਕਾ ਗਵਾਇਆ ਨਹੀਂ। ਮੈਂ ਇਮਾਨਦਾਰੀ ਦੇ ਨਾਲ ਜੁੜਿਆ, ਸੱਚ ਦੇ ਨਾਲ ਜੁੜਿਆ, ਅਦਬ ਦੇ ਨਾਲ ਜੁੜਿਆ। ਮੈਂ ਬੇਗਾਨਾ ਹੱਕ ਨਹੀਂ ਖਾਦਾ। ਮੈਂ ਰੱਬ ਦੇ ਮਿਲਾਪ ਦਾ ਜਿਹੜਾ ਸਮਾਂ ਸੀ ਉਹ ਗਵਾਇਆ ਨਹੀਂ। ਮੈਂ ਜਿੰਦਾ ਰਿਹਾ, ਮੈਂ ਜੀਵਨ ਮਾਣਿਆ। ਤੇ ਜੇ ਮੈਂ ਦੂਜਾ ਆਪਸ਼ਨ ਅਪਣਾ ਲਵਾਂ ਕਿ ਉਹਦਾ 100 ਪਾਉਂਡ ਚੁੱਕ ਕੇ ਆਪਣੇ ਜੇਬ 'ਚ ਪਾ ਲਵਾਂ ਤੇ ਖੁਸ਼ ਹੋਵਾਂ ਕਿ ਚਲੋ ਠੀਕ, ਇਹਨੂੰ ਕਿਹੜਾ ਪਤਾ ਹੈ, ਤਾਂ ਇਹਦਾ ਮਤਲਬ ਮੈਂ ਮਰ ਗਿਆ। ਮੇਰੇ ਅੰਦਰੋਂ ਇਨਸਾਨੀਅਤ ਮਰ ਗਈ, ਜ਼ਮੀਰ ਮਰ ਗਈ। ਸੱਚ ਨਾਲੋਂ ਮੈਂ ਮਿਲਣ ਦਾ ਮੌਕਾ ਗਵਾ ਲਿਆ, ਰੱਬ ਦੇ ਨਾਲੋਂ ਮਿਲਣ ਦਾ ਮੌਕਾ ਗਵਾ ਲਿਆ। ਹੁਣ ਮੇਰੇ ਤੇ ਡਿਪੈਂਡ ਕਰੇਗਾ ਕਿ ਮੈਂ ਰੱਬ ਦੇ ਨਾਲ ਮਿਲਣਾ ਚਾਹੁੰਦਾ ਜਾਂ ਵਿਛੜਨਾ ਚਾਹੁੰਦਾ। ਅਸੀਂ ਜ਼ਿੰਦਗੀ ਜੀ ਰਹੇ ਹਾਂ। ਜੇ ਅਸੀਂ ਸਾਰੇ ਵੀਰ ਭੈਣਾਂ ਇੱਕ ਦੂਜੇ ਦੇ ਨਾਲ ਵਿਸ਼ਵਾਸ ਤੇ ਪਾਤਰ ਹਾਂ, ਇੱਕ ਦੂਜੇ ਦਾ ਵਿਸ਼ਵਾਸ ਅਸੀਂ ਤੋੜਦੇ ਨਹੀਂ, ਦਿਲੋਂ ਇੱਕ ਦੂਜੇ ਦਾ ਸਤਿਕਾਰ ਕਰਦੇ ਹਾਂ, ਤਾਂ ਅਸੀਂ ਰੱਬ ਦੇ ਨਾਲ ਮਿਲਣ ਦਾ ਸਮਾਂ ਗਵਾਇਆ ਨਹੀਂ। ਅਸੀਂ ਜ਼ਿੰਦਗੀ ਜੀ ਰਹੇ ਹਾਂ। ਤੇ ਜੇ ਅੰਦਰੋਂ ਅੰਦਰੀ ਅਸੀਂ ਕਿਸੇ ਦੀਆਂ ਜੜ੍ਹਾਂ ਦੇ ਵਿੱਚ ਕੈਂਚੀ ਚਲਾਉਂਦੇ ਹਾਂ, ਈਰਖਾ ਕਰਦੇ ਹਾਂ, ਤਾਂ ਇਹਦਾ ਮਤਲਬ ਅਸੀਂ ਰੱਬ ਦੇ ਨਾਲ ਮਿਲਣ ਦਾ ਮੌਕਾ ਗਵਾ ਲਿਆ। ਜ਼ਿੰਦਗੀ ਦਾ ਹਰ ਪਲ ਰੱਬ ਦੇ ਨਾਲ ਮਿਲਣ ਦਾ ਮੌਕਾ ਵੀ ਹੈ, ਔਰ ਜ਼ਿੰਦਗੀ ਦਾ ਹਰ ਪਲ ਰੱਬ ਤੋਂ ਦੂਰ ਜਾਣ ਦਾ ਮੌਕਾ ਵੀ ਹੈ। ਇਹ ਹੁਣ ਡਿਪੈਂਡ ਸਾਡੇ ਤੇ ਕਰੇਗਾ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ, ਅਸੀਂ ਕਿਹੜੇ ਆਪਸ਼ਨ ਨੂੰ ਚੁਣਾਂਗੇ। ਜ਼ਿੰਦਗੀ ਦਾ ਹਰ ਪਲ ਜੀਵਨ ਦਾ ਮੌਕਾ ਵੀ ਦਿੰਦਾ ਹੈ, ਤੇ ਜ਼ਿੰਦਗੀ ਦਾ ਹਰ ਪਲ ਮੌਤ ਦਾ ਮੌਕਾ ਵੀ ਦਿੰਦਾ ਹੈ। ਮੰਨ ਲਓ ਕੋਈ ਨੌਜਵਾਨ ਸੁੰਦਰ ਬੱਚੀ ਆ ਰਹੀ ਹੈ, ਤੇ ਜੇ ਮੈਂ ਉਹਨੂੰ ਆਪਣੀ ਬੇਟੀ ਦੀ ਤਰ੍ਹਾਂ ਸਮਝਦਾ ਹਾਂ, ਉਸ ਸੋਚ ਦੇ ਨਾਲ ਉਹਨੂੰ ਦੇਖਦਾ ਹਾਂ, ਤਾਂ ਇਹਦਾ ਮਤਲਬ ਮੈਂ ਜੀ ਰਿਹਾ ਹਾਂ, ਮੈਂ ਜ਼ਿੰਦਗੀ ਜੀਵੀ। ਤੇ ਜੇ ਮੇਰੇ ਮਨ ਦੇ ਅੰਦਰ ਕੋਈ ਵਿਕਾਰ ਜਾਂ ਗਲਤ ਭਾਵਨਾ ਪੈਦਾ ਹੋ ਗਈ, ਇਹਦਾ ਮਤਲਬ ਮੈਂ ਮਰ ਗਿਆ, ਮੈਂ ਮੌਤ ਨੂੰ ਚੁਣ ਲਿਆ। ਮੈਂ ਜੀਵਨ ਨੂੰ ਨਹੀਂ ਚੁਣਿਆ, ਮੌਤ ਨੂੰ ਚੁਣਿਆ। ਤਾਂ ਹਰ ਪਲ ਹਰ ਇਨਸਾਨ ਦੇ ਕੋਲ 2 ਆਪਸ਼ਨ ਨੇ ਕਿ ਉਹ ਜੀਵਨ ਨੂੰ ਚੁਣੇਗਾ ਜਾਂ ਮੌਤ ਨੂੰ ਚੁਣੇਗਾ। ਪਰ ਬੜੀ ਬਦਕਿਸਮਤੀ ਹੈ ਕਿ ਬਹੁਤਾਤ ਗਿਣਤੀ ਮੌਤ ਨੂੰ ਹੀ ਚੁਣ ਲੈਂਦੀ ਹੈ। ਤਾਂ ਇੱਥੇ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਜਿਸ ਜਵਾਨੀ ਵਿੱਚ ਜਿਸ ਨੇ ਪ੍ਰਭੂ ਨੂੰ ਨਹੀਂ ਰਾਵਿਆ, ਵੱਡੀ ਹੋਈ ਤੇ ਉਹਦੀ ਮੌਤ ਹੋ ਗਈ। ਮਤਲਬ ਜਿਸ ਨੇ ਮੌਕੇ ਨੂੰ ਨਹੀਂ ਸੰਭਾਲਿਆ, ਸੱਚ ਦੇ ਨਾਲ ਨਹੀਂ ਜੁੜਿਆ, ਤੇ ਉਹ ਮੌਕਾ ਨਿਕਲ ਗਿਆ, ਮੌਤ ਹੋ ਗਈ, ਆਤਮਕ ਜੀਵਨ ਖਤਮ ਹੋ ਗਿਆ, ਆਤਮਕ ਮੌਤ ਹੋ ਗਈ।
ਧਨ ਕੂ ਕਹਿੰਦੀ ਗੋਰ ਮੈਂ, ਗੋਰ ਦਾ ਮਤਲਬ ਮੜੀ ਕਬਰ। ਤੈਸੈ ਨਾ ਮਿਲਿਆਸ, ਤੇ ਹੁਣ ਜਿਹੜੀ ਜੀਵ ਇਸਤਰੀ ਹੈ ਇਸ ਆਤਮਕ ਮੌਤ ਦੀ ਮੜੀ ਦੇ ਅੰਦਰ ਕੂਕ ਰਹੀ ਹੈ ਕਿ ਹੇ ਪ੍ਰਭੂ ਮੈਂ ਤੈਨੂੰ ਕਿਉਂ ਨਾ ਮਿਲੀ, ਮੈਨੂੰ ਤੇਰੇ ਨਾਲ ਮਿਲਣਾ ਚਾਹੀਦਾ ਸੀ। ਯਾਨੀ ਜ਼ਿੰਦਗੀ ਦੇ ਅੰਦਰ ਪਛਤਾਵਾ ਰਹਿ ਗਿਆ ਤੇ ਹੁਣ ਇਸ ਪਛਤਾਵੇ ਦਾ ਹੱਲ ਕੋਈ ਨਹੀਂ। ਜਿਹੜਾ ਸਮਾਂ ਨਿਕਲ ਗਿਆ ਉਹਦਾ ਤੇ ਹੁਣ ਕੋਈ ਹੱਲ ਹੈ ਨਹੀਂ। ਹੁਣ ਸਾਡੇ ਕੋਲ 2:10 ਹੋਏ ਨੇ ਨਾ, ਤੇ ਹੁਣ 2 ਜਦੋਂ 8 ਸਨ, ਜੇ ਅਸੀਂ 8 ਮਿੰਟ ਵਾਲੇ ਸਮੇਂ ਨੂੰ ਵਾਪਸ ਲਿਆਣਾ ਚਾਹੀਏ ਤਾਂ ਨਹੀਂ ਲਿਆ ਪਾਵਾਂਗੇ ਨਾ। 2:10 ਨੇ, ਜੇ ਅਸੀਂ 9 ਮਿੰਟ ਵਾਲੇ ਸਮੇਂ 1 ਸੈਕਿੰਡ 1 ਮਿੰਟ ਪਿਛਲੇ ਸਮੇਂ ਨੂੰ ਵੀ ਵਾਪਸ ਕਰਨਾ ਚਾਹੀਏ ਤਾਂ ਨਹੀਂ ਕਰ ਪਾਵਾਂਗੇ, ਕਿਸੇ ਵੀ ਕੀਮਤ ਤੇ ਨਹੀਂ ਕਰ ਪਾਵਾਂਗੇ, ਤੇ ਫਿਰ ਤੇ ਪਛਤਾਵਾ ਹੀ ਰਹੇਗਾ। ਇਸ ਲਈ ਬਾਬਾ ਫਰੀਦ ਜੀ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਪਿਆਰਿਓ, ਹਰ ਸਮੇਂ ਨੂੰ, ਹਰ ਪਲ ਨੂੰ ਸੰਭਾਲੋ, ਸਮੇਂ ਦਾ ਮਿਸਯੂਜ਼ ਨਾ ਕਰੋ, ਸ਼ੁਭ ਗੁਣਾਂ ਦੇ ਨਾਲ ਜੁੜੇ ਰਹੋ। ਜੇ ਸ਼ੁਭ ਗੁਣਾਂ ਨਾਲੋਂ, ਸੱਚ ਨਾਲੋਂ, ਪ੍ਰਭੂ ਨਾਲੋਂ ਟੁੱਟੋਗੇ ਤਾਂ ਆਤਮਕ ਮੌਤ ਹੋ ਜਾਏਗੀ ਔਰ ਜ਼ਿੰਦਗੀ ਕੇਵਲ ਦੁੱਖਾਂ ਔਰ ਪਛਤਾਵਿਆਂ ਦੇ ਅੰਦਰ ਬੀਤੇਗੀ। ਤਾਂ ਸਾਡੀ ਜ਼ਿੰਦਗੀ ਦੁੱਖਾਂ ਪਛਤਾਵਿਆਂ ਵਿੱਚ ਨਾ ਬੀਤੇ, ਅਸੀਂ ਚੋਣ ਹੀ ਐਸੀ ਕਰੀਏ ਕਿ ਜਿਹੜੀ ਚੋਣ ਕਰਕੇ ਸਾਡੇ ਜੀਵਨ ਵਿੱਚ ਸੁੱਖ ਹੋਣ। ਅਸੀਂ ਮੌਤ ਨੂੰ ਨਾ ਚੁਣੀਏ, ਅਸੀਂ ਜੀਵਨ ਨੂੰ ਚੁਣੀਏ। ਅਸੀਂ ਰੱਬ ਤੋਂ ਵਿਛੋੜੇ ਦੇ ਉਹਨੂੰ ਨਾ ਚੁਣੀਏ ਆਪਸ਼ਨ ਨੂੰ, ਰੱਬ ਦੇ ਨਾਲ ਮਿਲਾਪ ਦੇ ਆਪਸ਼ਨ ਨੂੰ ਚੁਣੀਏ। ਫਰੀਦਾ ਸਿਰ ਪਲਿਆ, ਦਾੜੀ ਪਲੀ, ਮੁੱਛਾਂ ਪੀ ਪਲੀਆਂ, ਰੇ ਮਨ ਗਹਿਲੇ ਬਾਵਲੇ, ਮਾਣ ਹੈ ਕਿਆ ਰਲੀਆਂ। ਸਿਰ ਪਲਿਆ, ਪਲਿਆ ਦਾ ਮਤਲਬ ਪਲ ਗਿਆ, ਯਾਨੀ ਚਿੱਟਾ ਹੋ ਗਿਆ, ਵਾਲ ਸਫੇਦ ਹੋ ਗਏ। ਦਾੜੀ ਪਲੀ, ਦਾੜੀ ਵੀ ਪਲ ਗਈ, ਯਾਨੀ ਚਿੱਟੀ ਹੋ ਗਈ। ਮੁੱਛਾਂ ਵੀ ਪਲੀਆਂ, ਮੁੱਛਾਂ ਵੀ ਪਲ ਗਈਆਂ, ਚਿੱਟੀਆਂ ਹੋ ਗਈਆਂ। ਸਿਰ ਚਿੱਟਾ ਹੋ ਗਿਆ, ਦਾੜੀ ਚਿੱਟੀ ਹੋ ਗਈ, ਮੁੱਛਾਂ ਵੀ ਚਿੱਟੀਆਂ ਹੋ ਗਈਆਂ, ਯਾਨੀ ਬੁਢੇਪਾ ਆ ਗਿਆ, ਜਵਾਨੀ ਚਲੀ ਗਈ, ਬਚਪਨ ਚਲਾ ਗਿਆ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਰੇ ਮਨ ਗਹਿਲੇ ਬਾਵਲੇ, ਮਾਣੇ ਕਿਆ ਰਲੀਆਂ। ਗਹਿਲੇ ਦਾ ਮਤਲਬ ਗਾਫਲ, ਅਚੇਤ, ਬੇਸਮਝ। ਬਾਵਲੇ ਦਾ ਮਤਲਬ ਕਮਲਾ, ਰਲੀਆਂ ਦਾ ਮਤਲਬ ਮੌਜਾਂ। ਬਾਬਾ ਫਰੀਦ ਜੀ ਕਹਿੰਦੇ ਨੇ, ਹੇ ਗਾਫਲ ਤੇ ਕਮਲੇ ਮਨ, ਤੂੰ ਹਾਲੇ ਵੀ ਮੌਜਾਂ ਹੀ ਮਾਣ ਰਿਹਾ, ਵਿਕਾਰਾਂ ਦੇ ਵਿੱਚ ਹੀ ਫਸਿਆ ਹੋਇਆ। ਹਾਲੇ ਵੀ ਤੇਰੇ ਅੰਦਰ ਸੂਝ ਸਮਝ ਪੈਦਾ ਨਹੀਂ ਹੋਈ। ਜਿਵੇਂ ਦਾੜੀ ਹੈ ਨਾ, ਆਪਾਂ ਪਿੱਛੇ ਵਿਚਾਰ ਕੀਤੀ ਸੀ, ਸਿਆਣਪ ਦਾ ਪ੍ਰਤੀਕ ਹੈ। ਜਦੋਂ ਬੱਚਾ ਛੋਟਾ ਹੁੰਦਾ ਉਹਦੀਆਂ ਗਲਤੀਆਂ ਇਗਨੋਰ ਕਰ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਬੱਚਾ ਹੈ, ਪਤਾ ਨਹੀਂ। ਤੇ ਜਦੋਂ ਦਾੜੀ ਆ ਜਾਏ ਨਾ, ਲੋਕ ਕਹਿਣ ਲੱਗ ਜਾਂਦੇ ਨੇ, ਤੇਰੇ ਮੂੰਹ ਤੇ ਦਾੜੀ ਹੈ, ਹੁਣ ਸ਼ਰਮ ਕਰ, ਸਿਆਣਾ ਬਣ। ਤੇ ਜਦੋਂ ਦਾੜੀ ਸਫੇਦ ਹੋ ਜਾਏ ਉਦੋਂ ਹੋਰ ਜ਼ਿੰਮੇਵਾਰੀ ਵੱਧ ਜਾਂਦੀ ਹੈ। ਲੋਕ ਕਹਿੰਦੇ ਨੇ, ਯਾਰ ਚਿੱਟੀ ਤੇਰੀ ਦਾੜੀ ਹੈ ਤੇ ਗੱਲਾਂ ਕਿਹੜੀਆਂ ਕਰ ਰਹੇ। ਆਮ ਨਹੀਂ ਕਹਾਵਤ, ਚਿੱਟਾ ਝਾਟਾ ਤੇ ਸਿਰ ਚਾਟਾ। ਸਿਆਣਪ, ਤੈਨੂੰ ਸਿਆਣਪ ਵਰਤਣੀ ਚਾਹੀਦੀ ਹੈ। ਹਾਲੇ ਵੀ ਤੂੰ ਵਿਕਾਰਾਂ ਦੇ ਵਿੱਚ ਹੀ ਫਸਿਆ ਹੋਇਆ ਹੈ। ਤਾਂ ਇੱਥੇ ਸਾਨੂੰ ਸਮਝਾਇਆ ਜਾ ਰਿਹਾ ਹੈ ਕਿ ਜਿਹੜੀ ਜ਼ਿੰਦਗੀ ਹੈ ਨਾ, ਜਵਾਂ ਬਚਪਨ ਹੈ, ਜਵਾਨੀ ਹੈ, ਇਹ ਬੀਤ ਰਹੀ ਹੈ। ਜਿਵੇਂ ਹੁਣ ਬਚਪਨ ਬੀਤ ਗਿਆ, ਜਵਾਨੀ ਵੀ ਬੀਤ ਗਈ, ਬੁਢੇਪਾ ਆ ਗਿਆ, ਤਾਂ ਹੁਣ ਇਸ ਬੁਢੇਪੇ ਨੇ ਵੀ ਨਹੀਂ ਰਹਿਣਾ। ਤਾਂ ਵਿਸ਼ੇ ਵਿਕਾਰਾਂ ਨੂੰ ਛੱਡ, ਵਿਸ਼ ਗੰਦਲਾਂ ਵੱਲੋਂ ਆਪਣੇ ਮਨ ਨੂੰ ਹਟਾ, ਮਾੜੀ ਮੱਤ ਵੱਲੋਂ ਬਚ। ਆ ਜਿਹੜਾ ਦਿਲ ਕਾਤੀ ਗੁੜਵਾਤ, ਐਸੇ ਜਿਹੜੇ ਤੂੰ ਭਰਮ ਭੇਦ ਵਾਲੇ ਕਰਮ ਕਰ ਰਿਹਾ ਹੈ, ਨਾ ਕਰ। ਵਿਖਾਵੇ ਦੀ ਜ਼ਿੰਦਗੀ ਛੱਡ ਦੇ, ਅੰਦਰੋਂ ਬਾਹਰੋਂ ਇੱਕ ਹੋ। ਵਿਕਾਰਾਂ ਦੇ ਨਾਲ ਨਾ ਜੁੜਿਆ ਰਹੋ, ਪਾਪਾਂ ਦੇ ਨਾਲ ਨਾ ਜੁੜਿਆ ਰਹੋ। ਆਪਣੀ ਜ਼ਿੰਦਗੀ ਨੂੰ ਸੰਭਾਲ, ਆਪਣੀ ਜ਼ਿੰਦਗੀ ਦਾ ਅੰਦਰ ਕੁਝ ਚੰਗਾ ਕਰਨ ਦਾ ਯਤਨ ਕਰ। ਤਾਂ ਇੱਥੇ ਸਾਨੂੰ ਇੱਕ ਪੋਜ਼ਿਟਿਵ ਥਿੰਕਿੰਗ ਦਿੱਤੀ ਜਾ ਰਹੀ ਹੈ। ਆਮ ਬੰਦਾ ਕਹਿੰਦਾ ਨਾ ਵੀ ਹੁਣ ਤੇ ਅਸੀਂ ਬੁੱਢੇ ਹੋ ਗਏ ਹਾਂ, ਹੁਣ ਕੀ ਕਰ ਸਕਦੇ ਹਾਂ, ਹੁਣ ਤੇ ਕੁਝ ਨਹੀਂ ਹੋਣਾ। ਐਸਾ ਨਹੀਂ ਹੈ। ਬੁਢੇਪੇ ਨੂੰ ਸੰਵਾਰਿਆ ਜਾ ਸਕਦਾ ਹੈ, ਬੁਢੇਪੇ ਨੂੰ ਚੰਗਾ ਬਣਾਇਆ ਜਾ ਸਕਦਾ ਹੈ, ਬੁਢੇਪੇ ਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਹੈ। ਅਸੀਂ ਦੇਖਦੇ ਹਾਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 65 ਸਾਲ ਦੀ ਉਮਰ ਤੱਕ ਕਰਮਕਾਂਡ ਹੀ ਕਰਦੇ ਰਹੇ। 65 ਸਾਲ ਦੀ ਉਮਰ ਤੋਂ ਬਾਅਦ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀ ਸ਼ਰਨ ਵਿੱਚ ਆਏ ਤੇ ਉਹ ਗੁਰੂ ਬਣ ਗਏ।
ਬਾਬਾ ਬੁੱਢਾ ਜੀ ਬਜ਼ੁਰਗ ਸਨ, ਬਾਬਾ ਦੀਪ ਸਿੰਘ ਜੀ ਬਜ਼ੁਰਗ ਅਵਸਥਾ ਵਿੱਚ ਖੰਡਾ ਖੜਕਾ ਰਹੇ ਨੇ। ਅੱਜ ਵੀ ਅਸੀਂ ਦੇਖਦੇ ਹਾਂ ਬੜੇ ਬਜ਼ੁਰਗ ਨੇ, ਜਿਵੇਂ ਹੁਣ ਬਜ਼ੁਰਗ ਫੌਜਾ ਸਿੰਘ ਜੀ ਨੇ, ਤਾਂ ਉਹ ਹਾਲੇ ਵੀ ਕਿਵੇਂ ਰੇਸ ਲਾਉਂਦੇ ਨੇ। ਬਹੁਤ ਸਾਰੇ ਬਜ਼ੁਰਗ ਨੇ ਜਿਨ੍ਹਾਂ ਨੇ ਬਜ਼ੁਰਗ ਅਵਸਥਾ ਦੇ ਵਿੱਚ ਬਹੁਤ ਸਾਰੀਆਂ ਵਿਗਿਆਨਕਾਂ ਨੇ ਕਾਢਾਂ ਕੱਢੀਆਂ ਨੇ। ਤਾਂ ਇੱਥੇ ਸਾਨੂੰ ਪੋਜ਼ਿਟਿਵ ਥਿੰਕਿੰਗ ਦਿੱਤੀ ਜਾ ਰਹੀ ਹੈ ਕਿ ਜੇ ਹੁਣ ਤੱਕ ਅਸੀਂ ਆਪਣਾ ਸਮਾਂ ਬਰਬਾਦ ਕਰ ਚੁੱਕੇ ਹਾਂ ਤਾਂ ਹੁਣ ਇਸ ਚੀਜ਼ ਨੂੰ ਸੰਭਾਲੋ। ਬੁਢੇਪੇ ਨੂੰ ਕਿਵੇਂ ਮੈਨੇਜ ਕਰਨਾ ਹੈ, ਜਿਹੜੀ ਨਾ ਚਿੰਤਾ, ਰੋਗ, ਕਾਰਨ ਤੇ ਉਪਾਅ, ਡਾਕਟਰ ਸਰੂਪ ਸਿੰਘ ਮਰਵਾਹਾ ਦੀ ਕਿਤਾਬ, ਉਹਦੇ ਵਿੱਚ ਪਿੱਛੇ ਜਾ ਕੇ ਬੜਾ ਵਧੀਆ ਇੱਕ ਚੈਪਟਰ ਦਿੱਤਾ ਹੈ ਕਿ ਅਸੀਂ ਆਪਣੇ ਬੁਢੇਪੇ ਨੂੰ ਮੈਨੇਜ ਕਿਵੇਂ ਕਰੀਏ। ਉਹਦੇ ਵਿੱਚ ਉਹਨਾਂ ਨੇ ਕੁਛ ਰਾਏ ਦਿੱਤੀਆਂ ਨੇ ਕਿ ਜੇ ਤੁਸੀਂ ਰਿਟਾਇਰ ਹੋ ਗਏ ਹੋ ਤਾਂ ਹੁਣ ਤੁਸੀਂ ਘਰ ਦੇ ਵਿੱਚ ਰਹਿਣਾ ਹੈ, ਤਾਂ ਇੱਕ ਤਾਂ ਆਪਣੇ ਨਵੇਂ ਮਿੱਤਰ ਬਣਾਓ, ਨਵੇਂ ਮਿੱਤਰ ਬਣਾਓ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਬੁਢੇਪੇ ਦੇ ਵਿੱਚ ਹੁਣ ਸਾਡੇ ਸੰਗੀਆਂ ਸਾਥੀਆਂ ਨੇ ਚਲੇ ਜਾਣਾ, ਜੇ ਤੇ ਅਸੀਂ ਮਰ ਗਏ ਤੇ ਕੰਮ ਮੁੱਕਿਆ, ਤੇ ਜੇ ਮੇਰੇ ਦੋਸਤ ਇੱਕ ਦੋ ਮਰ ਜਾਣ ਤਾਂ ਪ੍ਰੋਬਲਮ ਕ੍ਰੀਏਟ ਹੋਊਗੀ ਨਾ, ਮੈਂ ਹੁਣ ਇਕੱਲਾਪਨ ਮਹਿਸੂਸ ਕਰਾਂਗਾ। ਇਸ ਲਈ ਚੰਗੇ ਚੰਗੇ ਜਿਹੜੇ ਮਿੱਤਰ ਨੇ, ਚੰਗੇ ਬੰਦਿਆਂ ਦੇ ਨਾਲ ਆਪਣੀ ਸਾਂਝ ਪਾਓ। ਘਰ ਦੇ ਵਿੱਚ ਗਾਰਡਨਿੰਗ ਕਰ ਲਓ, ਘਰ ਦੇ ਕੰਮਾਂ ਦੇ ਵਿੱਚ ਥੋੜਾ ਬਹੁਤਾ ਸਹਿਯੋਗ ਜਿਹੜਾ ਹੈ ਉਹ ਕਰਦੇ ਰਹੋ। ਇਸ ਤੋਂ ਇਲਾਵਾ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੀਆਂ ਤੁਸੀਂ ਕਲਾਸਾਂ ਲਗਾ ਲਓ, ਪੋਤਰੀਆਂ ਪੋਤਰੇ, ਦੋਤੀਆਂ ਦੋਤਿਆਂ ਨੂੰ ਕੋਲ ਬਿਠਾ ਲਓ, ਉਹਨਾਂ ਨੂੰ ਪੰਜਾਬੀ ਪੜ੍ਹਾ ਦਿਓ, ਉਹਨਾਂ ਨੂੰ ਚੰਗੀਆਂ ਗੱਲਾਂ ਸਿਖਾ ਦਿਓ। ਇੱਕ ਤਾਂ ਉਹ ਚੰਗੇ ਇਨਸਾਨ ਬਣਨਗੇ, ਇੱਕ ਤੁਹਾਨੂੰ ਕੰਪਨੀ ਮਿਲ ਜਾਏਗੀ। ਥੋੜੀ ਕਸਰਤ ਕਰੋ, ਸੈਰ ਕਰਨ ਵਾਸਤੇ ਜਾਓ, ਕੁਦਰਤ ਦੇ ਵਿੱਚ ਥੋੜਾ ਜਿਹਾ ਸਮਾਂ ਗੁਜ਼ਾਰੋ, ਪੋਜ਼ਿਟਿਵ ਸੋਚੋ, ਸਕਾਰਾਤਮਕ ਸੋਚੋ, ਚੰਗਾ ਕਰੋ ਔਰ ਆਪਣੇ ਇਸ ਬੁਢੇਪੇ ਨੂੰ ਸਫਲ ਕਰ ਲਓ। ਯਾਨੀ ਬੁਢੇਪਾ ਸਾਡੀ ਜ਼ਿੰਦਗੀ ਦੇ ਅੰਦਰ ਰੋੜਾ ਨਹੀਂ ਹੈ, ਬਹੁਤ ਕੁਝ ਕੀਤਾ ਜਾ ਸਕਦਾ ਹੈ। ਤਾਂ ਇਸ ਲਈ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਤੂੰ ਬਚਪਨ ਔਰ ਜਵਾਨੀ ਗਵਾ ਚੁੱਕਾ ਹੈ, ਹੁਣ ਬੁਢੇਪਾ ਆ ਗਿਆ, ਇਹਨੂੰ ਤਾਂ ਸਵਾਰ ਲੈ, ਤੂੰ ਸਵਾਰ ਸਕਦਾ ਹੈ, ਹਾਲੇ ਵੀ ਤੂੰ ਚੰਗਾ ਹੋ ਸਕਦਾ ਹੈ, ਹਾਲੇ ਵੀ ਤੂੰ ਬਹੁਤ ਕੁਝ ਕਰ ਸਕਦਾ ਹੈ, ਸਮਾਜ ਵਾਸਤੇ ਤੂੰ ਬਹੁਤ ਕੁਝ ਕਰ ਸਕਦਾ ਹੈ। ਕਰਨ ਦਾ ਯਤਨ ਕਰੋ। ਅਗਲਾ ਬਚਨ ਕਰਦੇ ਨੇ, ਫਰੀਦਾ ਕੋਠੇ ਤੁੱਕਣ ਕੇਤੜਾ, ਪਿਰ ਨੀਂਦੜੀ ਨਿਵਾਰ, ਜੋ ਦੇਹ ਲੱਧੇ ਗਾਣਵੇ, ਗਏ ਵਿਲਾੜ ਵਿਲਾੜ। ਧੁੱਕਣ ਦਾ ਮਤਲਬ ਹੁੰਦਾ ਹੈ ਧੜਕ ਮਾਰਨਾ, ਦੌੜਨਾ, ਭੱਜਣਾ। ਕੇਤੜਾ ਦਾ ਮਤਲਬ ਕਿੱਥੋਂ ਤੱਕ। ਨੀਂਦੜੀ ਦਾ ਮਤਲਬ ਕੋਝੀ ਨੀਂਦ। ਨਿਵਾਰ ਦਾ ਮਤਲਬ ਦੂਰ ਕਰ। ਬਾਬਾ ਫਰੀਦ ਜੀ ਇੱਕ ਪ੍ਰਮਾਣ ਲੈ ਰਹੇ ਨੇ ਕਿ ਕੋਠੇ ਦੀ ਦੌੜ ਕਿੱਥੋਂ ਤੱਕ ਹੈ। ਕੋਠੇ ਧੁੱਕਣ ਕੇਤੜਾ, ਜਿਹੜਾ ਤੁਹਾਡਾ ਮਕਾਨ ਹੈ, ਕੋਈ ਕਮਰਾ ਹੈ, ਕੋਠਾ ਹੈ, ਜਿਹਨੂੰ ਪੰਜਾਬੀ ਵਿੱਚ ਕੋਠਾ ਕਹਿੰਦੇ ਨੇ, ਅਸੀਂ ਅੱਜ ਕੱਲ ਕਮਰਾ ਕਹਿਣ ਲੱਗ ਗਏ। ਜੇ ਕੋਠੇ ਤੇ ਦੌੜ ਲਾਓ ਤਾਂ ਕਿੰਨੀ ਕੁ ਲੰਬੀ ਲਾਓਗੇ, ਕਿੰਨੀ ਦੇਰ ਦੌੜ ਸਕਦੇ ਹੋ ਕੋਠੇ ਤੇ? ਕਿਉਂਕਿ ਕੋਠੇ ਦਾ ਆਖਰ 10-12 ਦਾ ਕਮਰਾ ਹੋਏਗਾ, 12-15 ਦਾ ਹੋਏਗਾ, 18-20 ਦਾ ਹੋਏਗਾ, ਜ਼ਿਆਦਾ ਹਾਲ ਹੋਏਗਾ ਤੇ 30-40 ਫੁੱਟ ਦਾ ਹੋਏਗਾ, ਇੰਨਾ ਕੁ ਹੋਏਗਾ ਨਾ। ਯਾਨੀ ਉਹਦਾ ਐਂਡ ਆ ਜਾਣਾ ਥੋੜੀ ਦੇਰ ਬਾਅਦ, ਐਂਡ ਤੁਸੀਂ ਹਾਲੀ ਭੱਜਣਾ ਵੀ ਨਹੀਂ ਤੇ ਕੋਠੇ ਦਾ ਐਂਡ ਆ ਜਾਣਾ। ਤਾਂ ਇਸੇ ਤਰ੍ਹਾਂ ਬਾਬਾ ਫਰੀਦ ਜੀ ਕਹਿ ਰਹੇ ਨੇ ਕਿ ਜਿਵੇਂ ਕੋਠੇ ਦੇ ਉੱਤੇ ਬਹੁਤ ਲੰਬੀ ਦੌੜ ਨਹੀਂ ਦੌੜੀ ਜਾ ਸਕਦੀ, ਇਸੇ ਤਰ੍ਹਾਂ ਤੇਰੀ ਇਹ ਜ਼ਿੰਦਗੀ ਦੀ ਦੌੜ ਵੀ ਬਹੁਤੀ ਲੰਬੀ ਨਹੀਂ ਹੈ, ਇਹਨੇ ਵੀ ਆਖਰ ਖਤਮ ਹੋ ਜਾਣਾ। ਇਸ ਲਈ ਫਿਰ ਨੀਂਦੜੀ ਨਿਵਾਰ। ਤਾਂ ਰੱਬ ਵੱਲੋਂ ਉਮਰ ਮੁੱਕ ਜਾਣੀ ਹੈ, ਤੇ ਰੱਬ ਵਾਲੇ ਪਾਸੇ ਤੂੰ ਕੋਝੀ ਨੀਂਦ ਨੂੰ ਤਿਆਗ ਦੇ। ਕੋਝੀ ਨੀਂਦ, ਬੰਦਾ ਸੁੱਤਾ ਹੈ ਨਾ ਗਫਲਤ ਦੀ ਨੀਂਦ ਵਿੱਚ। ਕੋਝੀ ਨੀਂਦ ਦਾ ਮਤਲਬ ਸ਼ੁਭ ਗੁਣਾਂ ਦੇ ਧਾਰਨੀ ਹੋਣ ਵੱਲੋਂ ਗਾਫਲ ਰਹਿਣਾ ਤੇ ਝੂਠ ਫਰੇਬ ਦੇ ਅੰਦਰ ਜ਼ਿੰਦਗੀ ਗੁਜ਼ਾਰੀ ਜਾਣੀ। ਬਾਬਾ ਫਰੀਦ ਜੀ ਕਹਿੰਦੇ ਨੇ, ਆਪਣੀ ਇਸ ਨੀਂਦ ਨੂੰ ਨਿਵਾਰ, ਜਾਗ, ਯਾਨੀ ਗਿਆਨ ਦੀ ਸਹੀ ਵਰਤੋਂ ਕਰ, ਜ਼ਿੰਦਗੀ ਦੀ ਸਹੀ ਵਰਤੋਂ ਕਰ, ਤੇਰੀ ਇਸ ਜ਼ਿੰਦਗੀ ਨੇ ਮੁੱਕ ਜਾਣਾ ਹੈ। ਜੇ ਇਸੇ ਤਰ੍ਹਾਂ ਗਫਲਤ ਦੀ ਨੀਂਦ ਵਿੱਚ ਸੁੱਤਾ ਰਹੇਗਾ ਤਾਂ ਤੇਰੀ ਆਤਮਕ ਮੌਤ ਹੋ ਜਾਏਗੀ, ਤੇਰੇ ਅੰਦਰੋਂ ਇਨਸਾਨੀਅਤ ਮਰ ਜਾਏਗੀ, ਤੇਰੀ ਜ਼ਮੀਰ ਮਰ ਜਾਏਗੀ, ਰੱਬ ਨਾਲੋਂ ਤੇਰੀ ਦੂਰੀ ਪੈ ਜਾਏਗੀ, ਜ਼ਿੰਦਗੀ ਦੇ ਅੰਦਰ ਦੁੱਖ ਔਰ ਅਸ਼ਾਂਤੀ ਆ ਜਾਏਗੀ। ਇਸ ਲਈ ਜਿਵੇਂ ਕੋਠੇ ਦੇ ਉੱਤੇ ਦੌੜ ਬਹੁਤੀ ਲੰਬੀ ਨਹੀਂ ਹੁੰਦੀ, ਉਹਦਾ ਅੰਤ ਛੇਤੀ ਆ ਜਾਂਦਾ ਹੈ, ਇਸੇ ਤਰ੍ਹਾਂ ਜੇ ਤੂੰ ਰੱਬੀ ਗੁਣਾਂ ਵੱਲੋਂ ਅਵੇਸਲਾ ਰਹੇਗਾ ਤਾਂ ਫਿਰ ਤੇਰੀ ਇਹ ਜ਼ਿੰਦਗੀ ਦੀ ਵੀ ਜਿਹੜੀ ਦੌੜ ਹੈ ਬਹੁਤੀ ਲੰਬੀ ਨਹੀਂ, ਜਲਦੀ ਹੀ ਤੂੰ ਆਤਮਕ ਮੌਤੇ ਮਰ ਜਾਏਗਾ। ਜੋ ਦੇਹ ਲੱਧੇ ਗਾਣਵੇ, ਗਏ ਵਿਲਾੜ ਵਿਲਾੜ,
ਵਿਲਾੜ ਵਿਲਾੜ ਦਾ ਮਤਲਬ ਦੌੜ ਦੌੜ ਕੇ ਛਾਲਾਂ ਮਾਰਦੇ। ਗਾਣਵੇਂ ਦਾ ਮਤਲਬ ਗਿਣਤੀ ਦੇ। ਦੇਹ ਦਾ ਮਤਲਬ ਦਿਨ। ਜੋ ਦੇਹ ਲੱਧੇ ਗਾਣਵੇ, ਜਿਹੜੇ ਗਿਣਤੀ ਦੇ ਉਮਰ ਦੇ ਦਿਨ ਲੱਭੇ ਨੇ, ਮਿਲੇ ਨੇ। ਲੱਧੇ ਦਾ ਮਤਲਬ ਲੱਭੇ, ਮਿਲੇ। ਗਏ ਵਿਲਾੜ, ਵਿਲਾੜ ਦਾ ਮਤਲਬ ਛਾਲਾਂ ਮਾਰ ਮਾਰ ਕੇ ਜਾ ਰਹੇ ਨੇ, ਦੌੜ ਦੌੜ ਕੇ ਜਾ ਰਹੇ ਨੇ। ਜਿਹੜੇ ਜ਼ਿੰਦਗੀ ਦੇ ਦਿਨ ਮਿਲੇ ਨੇ, ਇਹ ਦੌੜ ਦੌੜ ਕੇ ਜਾ ਰਹੇ ਨੇ। ਔਰ ਹਕੀਕਤ ਹੈ, ਪਤਾ ਵੀ ਨਹੀਂ ਲੱਗਾ ਕਦੋਂ 60-62 ਸਾਲ ਦੇ ਹੋ ਗਏ। ਇੰਝ ਲੱਗਦਾ ਜਿਵੇਂ ਕੱਲ ਦੀਆਂ ਗੱਲਾਂ। ਪਤਾ ਵੀ ਨਹੀਂ ਲੱਗਾ ਕਿਵੇਂ ਜ਼ਿੰਦਗੀ ਦੇ ਦਿਨ ਇੱਕ ਇੱਕ ਦਿਨ ਕਰਕੇ, ਪਲ ਪਲ ਕਰਕੇ ਬੀਤਦੀ ਜਾ ਰਹੀ ਹੈ ਜ਼ਿੰਦਗੀ। ਔਰ ਜਿਹੜਾ ਇਨਸਾਨ ਸੱਚ ਦੇ ਨਾਲੋਂ ਟੁੱਟਿਆ ਹੋਇਆ ਹੈ, ਉਹ ਹਰ ਰੋਜ਼ ਹੀ ਮਰ ਰਿਹਾ ਹੈ, ਹਰ ਪਲ ਹੀ ਮਰ ਰਿਹਾ ਹੈ। ਤੇ ਜੇ ਅਸੀਂ ਸੱਚ ਦੇ ਨਾਲ, ਸ਼ੁਭ ਗੁਣਾਂ ਦੇ ਨਾਲ ਜੀਵੀਏ ਤਾਂ ਹਰ ਪਲ ਅਸੀਂ ਜ਼ਿੰਦਗੀ ਜੀ ਸਕਦੇ ਹਾਂ, ਚੜ੍ਹਦੀ ਕਲਾ ਵਾਲੀ, ਖੁਸ਼ੀ ਵਾਲੀ, ਪਿਆਰ ਮੁਹੱਬਤ ਵਾਲੀ, ਆਤਮਿਕ ਆਨੰਦ ਵਾਲੀ। ਲੇਕਿਨ ਗਫਲਤ ਦੀ ਨੀਂਦ ਕਰਕੇ ਜਿਹੜੇ 4 ਦਿਨ ਜ਼ਿੰਦਗੀ ਦੇ ਮਿਲੇ ਨੇ, ਉਹ ਦੌੜ ਦੌੜ ਕੇ ਜਾਈ ਜਾ ਰਹੇ ਨੇ ਤੇ ਬੰਦਾ ਵਿਕਾਰਾਂ ਦੇ ਵਿੱਚ ਹੀ ਖਚਤ ਹੈ। ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲਵੀਂ, ਕੋਈ ਨਾ ਹੁਸੀ ਮਿੱਤ। ਇਹ ਮਿੱਟੀ ਨਹੀਂ ਪੜਨਾ। ਦੇਖੋ, ਜੇ ਮਿੱਟੀ ਪੜਾਂਗੇ ਤਾਂ ਮਿੱਟੀ ਦਾ ਮਤਲਬ ਹੋ ਜਾਏਗਾ ਕਿਸੇ ਚੀਜ਼ ਨੂੰ ਮਿਟਾਣਾ। ਇਹਨੂੰ ਪੜਨਾ ਹੈ ਮਿੱਟੀ। ਤੇ ਅਤੋਲ ਵੀ ਨਹੀਂ ਪੜਨਾ, ਇੱਥੇ ਬਿੰਦੀ ਲਾ ਕੇ ਪੜਾਂਗੇ ਅਤੋਲਵੀਂ, ਅਮਿਣਵੀਂ। ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ। ਮੰਡਪ ਦਾ ਮਤਲਬ ਮਹਿਲ, ਏਤ ਦਾ ਮਤਲਬ ਇਸ ਵਿੱਚ, ਮਹਿਲ ਮਾੜੀਆਂ ਦੇ ਸਿਲਸਿਲੇ ਵਿੱਚ। ਇਹ ਜੋ ਤੇਰੇ ਘਰ ਮਹਿਲ ਮਾੜੀਆਂ ਨੇ, ਇਹਨਾਂ ਦੇ ਸਿਲਸਿਲੇ ਵਿੱਚ ਚਿੱਤ ਨਾ ਜੋੜ, ਮਤਲਬ ਮੋਹ ਨਾ ਪਾ। ਹੁਣ ਇਹਦਾ ਮਤਲਬ ਇਹ ਨਹੀਂ ਕਿ ਤੂੰ ਘਰ ਨਾ ਚੰਗਾ ਬਣਾ, ਮਹਿਲ ਨਾ ਬਣਾ। ਚੰਗਾ ਘਰ ਬਣਾ, ਇਹ ਤੇਰਾ ਹੱਕ ਵੀ ਹੈ, ਤੇਰਾ ਫਰਜ਼ ਵੀ ਹੈ, ਜ਼ਰੂਰਤ ਹੈ ਬੰਦੇ ਦੀ। ਲੇਕਿਨ ਸੱਚ ਨੂੰ ਛੱਡ ਕੇ ਜ਼ਿੰਦਗੀ ਦਾ ਸੱਚ ਗੋਲ ਨਾ ਬਣਾਵੇ ਔਰ ਕੇਵਲ 2 ਨੰਬਰ ਦੇ ਧੰਦੇ ਕਰਕੇ ਹੀ ਮਹਿਲ ਮਾੜੀਆਂ ਦੇ ਵਿੱਚ ਹੀ ਬੰਦਾ ਉਲਝਿਆ ਰਵੇ, ਉਹ ਗਲਤ ਹੈ। ਉਹ ਗਲਤ ਹੈ। ਇਹਦੇ ਵਿੱਚ ਆਪਣਾ ਮੋਹ ਨਾ ਪਾ, ਕਿਉਂਕਿ ਮਿੱਟੀ ਪਈ ਅਤੋਲਵੀਂ, ਕੋਈ ਨਾ ਹੁਸੀ ਮਿੱਤ। ਮਰਨ ਤੇ ਜਦੋਂ ਕਬਰ ਵਿੱਚ ਤੇਰੇ ਉੱਤੇ ਅਤੋਲਵੀਂ ਮਿੱਟੀ ਪਵੇਗੀ, ਤਾਂ ਉਦੋਂ ਇਹਨਾਂ ਚ ਕੋਈ ਵੀ ਤੇਰਾ ਮਿੱਤਰ ਨਹੀਂ ਹੋਣਾ। ਨਾ ਤੈਨੂੰ ਕਿਸੇ ਮਕਾਨ ਨੇ ਬਚਾਣਾ ਹੈ, ਨਾ ਮਹਿਲ ਨੇ, ਨਾ ਧੀਆਂ ਪੁੱਤਰਾਂ ਨੇ, ਕਿਸੇ ਨੇ ਵੀ ਨਹੀਂ ਬਚਾਣਾ। ਔਰ ਹਕੀਕਤ ਤਾਂ ਇਹੀ ਹੈ, ਮਿੱਟੀ ਪਈ ਅਤੋਲਵੀਂ, ਕੋਈ ਨਾ ਹੁਸੀ ਮਿੱਤ। ਹੁਣ ਦੇਖੋ, ਬੰਦਾ ਨਾ ਸਾਰੀ ਜ਼ਿੰਦਗੀ ਸੱਚ ਨੂੰ ਛੱਡ ਕੇ, ਇਨਸਾਨੀਅਤ ਨੂੰ ਛੱਡ ਕੇ ਵਿਕਾਰਾਂ ਵਾਲੇ ਪਾਸੇ, ਪਾਪਾਂ ਅਪਰਾਧਾਂ ਦੇ ਨਾਲ ਪ੍ਰੋਪਰਟੀ ਬਣਾਉਂਦਾ ਰਹਿੰਦਾ ਹੈ। ਹੁਣ ਪ੍ਰੋਪਰਟੀ ਬਣਾਣੀ ਗਲਤ ਨਹੀਂ ਹੈ, ਇਹ ਚੀਜ਼ ਨੂੰ ਸਮਝਣਾ ਹੈ। ਲੇਕਿਨ 10 ਨੋਵਾਂ ਦੀ ਧਰਮ ਦੀ ਕਿਰਤ ਕਮਾਈ ਕਰਕੇ, ਸੱਚੀ ਸੁੱਚੀ ਕਿਰਤ ਕਰਕੇ ਪ੍ਰੋਪਰਟੀ ਬਣਾਣਾ, ਮਕਾਨ ਬਣਾਣਾ ਹਰ ਇਨਸਾਨ ਦਾ ਹੱਕ ਹੈ, ਫਰਜ਼ ਹੈ। ਔਰ ਇਹ ਧਰਮ ਵੀ ਹੈ। ਕਿਰਤ ਕਰਨਾ ਧਰਮ ਦਾ ਪਹਿਲਾ ਨਿਯਮ ਹੈ। ਲੇਕਿਨ 2 ਨੰਬਰ ਦੇ ਧੰਦੇ ਕਰਕੇ ਨਹੀਂ, ਬੇਗਾਨੇ ਹੱਕ ਖਾ ਕੇ ਨਹੀਂ, ਕਿਸੇ ਦੇ ਘਰਾਂ ਨੂੰ ਬਰਬਾਦ ਕਰਕੇ ਆਪਣੇ ਘਰਾਂ ਨੂੰ ਆਬਾਦ ਕਰਨਾ ਕਦਾਚਿਤ ਵੀ ਠੀਕ ਨਹੀਂ ਹੈ। ਤੇ ਬਾਬਾ ਫਰੀਦ ਜੀ ਕਹਿੰਦੇ ਨੇ, ਜੇ ਤੂੰ ਸੱਚ ਨੂੰ ਛੱਡ ਕੇ ਵਿਕਾਰਾਂ ਦੇ ਅੰਦਰ ਲੱਗ ਕੇ ਇਸ ਪਾਸੇ ਲੱਗਾ ਰਹੇਗਾ, ਤਾਂ ਤੇਰਾ ਕੋਈ ਮਿੱਤਰ ਨਹੀਂ ਹੋਣਾ। ਤੇਰੇ ਉੱਤੇ ਅਤੋਲਵੀਂ ਮਿੱਟੀ ਪੈ ਜਾਏਗੀ ਵਿਕਾਰਾਂ ਦੀ, ਪਾਪਾਂ ਦੀ, ਅਪਰਾਧਾਂ ਦੀ, ਔਰ ਤੂੰ ਆਤਮਿਕ ਮੌਤ ਤੇ ਮਰ ਜਾਏਗਾ। ਇਸ ਲਈ ਸਾਨੂੰ ਇੱਥੇ ਸਮਝਾਇਆ ਜਾ ਰਿਹਾ ਹੈ ਕਿ ਅਸੀਂ ਵਿਸ਼ੇ ਵਿਕਾਰਾਂ ਦੇ ਨਾਲੋਂ ਆਪਣੇ ਸੰਬੰਧ ਨੂੰ ਤੋੜ ਕੇ ਸ਼ੁਭ ਗੁਣਾਂ ਦੇ ਨਾਲ ਜੁੜਨ ਦਾ ਯਤਨ ਕਰਨਾ ਹੈ। ਅੱਗੇ ਕਹਿੰਦੇ ਨੇ, ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤ ਧਰ, ਸਾਈ ਜਾਏ ਸੰਭਾਲ, ਜਿੱਥੇ ਹੀ ਤੋਂ ਵੰਝਣਾ। ਮਰਗ ਦਾ ਮਤਲਬ ਮੌਤ, ਸਤਾਣੀ ਦਾ ਮਤਲਬ ਤਾਣ ਵਾਲੀ, ਬਲ ਵਾਲੀ, ਤਾਕਤ ਵਾਲੀ, ਚਿੱਤ ਦਾ ਮਤਲਬ ਚਿੱਤ ਵਿੱਚ। ਬਾਬਾ ਫਰੀਦ ਜੀ ਸਮਝਾ ਰਹੇ ਨੇ ਕਿ ਨਿਰਾ ਮਹਿਲ ਮਾੜੀਆਂ ਤੇ ਧਨ ਨੂੰ ਚਿੱਤ ਵਿੱਚ ਨਾ ਟਿਕਾਈ ਰੱਖ। ਸਭ ਤੋਂ ਜੋ ਬਲਸ਼ਾਲੀ ਮੌਤ ਹੈ, ਉਹਨੂੰ ਵੀ ਚੇਤੇ ਰੱਖ। ਯਾਨੀ ਕਿਤੇ ਐਸਾ ਨਾ ਹੋਵੇ ਕਿ ਮਹਿਲ ਮੰਡਪ ਮਾੜੀਆਂ ਦੇ ਵਿੱਚ ਤੂੰ ਚਿੱਤ ਲਾਈ ਰੱਖੇ ਤੇ ਤੇਰੀ ਆਤਮਿਕ ਮੌਤ ਹੋ ਜਾਏ, ਤੇਰੇ ਅੰਦਰੋਂ ਇਨਸਾਨੀਅਤ ਹੀ ਖਤਮ ਹੋ ਜਾਏ। ਐਸਾ ਨਾ ਕਰੀ। ਮਹਿਲ ਮੰਡਪ ਮਾੜੀਆਂ ਬਣਾ,
ਚੰਗੇ ਘਰ-ਬਾਰ ਬਣਾ, ਤੇਰਾ ਹੱਕ ਹੈ, ਤੇਰਾ ਫਰਜ਼ ਹੈ, ਲੇਕਿਨ ਤੇਰੇ ਅੰਦਰੋਂ ਇਨਸਾਨੀਅਤ ਖਤਮ ਨਾ ਹੋਵੇ, ਆਤਮਕ ਮੌਤ ਤੇ ਤੂੰ ਨਾ ਮਰੇ, ਉਹਨੂੰ ਹਮੇਸ਼ਾ ਯਾਦ ਰੱਖੀ, ਮੌਤ ਨੂੰ ਯਾਦ ਰੱਖੀ। ਤੇ ਜੇ ਸਰੀਰਕ ਮੌਤ ਦੀ ਵੀ ਗੱਲ ਕਰੀਏ ਨਾ, ਤਾਂ ਉਹਦੇ ਨਾਲ ਵੀ ਸਾਨੂੰ ਇੱਕ ਬਹੁਤ ਵਧੀਆ ਚੀਜ਼ ਮਿਲਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਡਰਾਇਆ ਜਾ ਰਿਹਾ। ਹੁਣ ਜੇ ਮੈਨੂੰ ਪਤਾ ਹੋਵੇ ਕਿ ਮੈਂ ਘੰਟੇ, ਡੇਢ ਘੰਟੇ ਬਾਅਦ ਮਰ ਜਾਣਾ ਹੈ, ਕਿ ਹੁਣ 2:25 ਹੋਏ ਨੇ ਤੇ 3:25 ਤੇ ਮੇਰੀ ਮੌਤ ਹੋ ਜਾਣੀ ਹੈ, ਜੇ ਮੈਨੂੰ ਇਹ ਪਤਾ ਲੱਗ ਜਾਏ, ਤਾਂ ਹੁਣ ਜਿਹੜਾ ਮੇਰੇ ਕੋਲ 1 ਘੰਟਾ ਸਮਾਂ ਹੈ, ਮੈਂ ਕੀ ਕਰਾਂਗਾ? ਕੀ ਮੈਂ ਕਿਸੇ ਨਾਲ ਲੜਨਾ ਚਾਹਾਂਗਾ, ਠੱਗੀ ਮਾਰਨਾ ਚਾਹਾਂਗਾ ਜਾਂ ਪਾਪ ਕਰਨਾ ਚਾਹਾਂਗਾ? ਆਖਿਰ ਬੰਦਾ ਇਹ ਸੋਚੇਗਾ ਨਾ, ਉਹ ਯਾਰ ਫਲਾਂ ਬੰਦੇ ਨਾਲ ਵੀ ਮੈਂ ਗੜਬੜ ਕੀਤੀ ਸੀ, ਉਹਨੂੰ ਫੋਨ ਕਰਕੇ ਉਹ ਤੋਂ ਮੁਆਫੀ ਮੰਗ ਲਵਾਂ। ਐਸੇ ਹੀ ਕਰੇਗਾ ਨਾ ਬੰਦਾ। ਜਦੋਂ ਮਰ ਹੀ ਜਾਣਾ ਹੈ, ਤਾਂ ਫਿਰ ਪਾਪ, ਵਿਕਾਰ, ਅਪਰਾਧ ਕਾਹਦੇ? ਇਸ ਪਾਸੇ ਧਿਆਨ ਦਵਾਇਆ ਜਾ ਰਿਹਾ ਹੈ। ਪਰ ਖਾਸ ਗੱਲ ਜਿਹੜੀ ਹੈ, ਬਾਬਾ ਫਰੀਦ ਜੀ ਕਹਿੰਦੇ ਨੇ, ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤਰ, ਜਿਹੜੀ ਬਲਸ਼ਾਲੀ ਆਤਮਕ ਮੌਤ ਹੈ, ਜੋ ਵਿਕਾਰਾਂ ਦੇ ਨਾਲ ਜੁੜਿਆ ਆ ਜਾਂਦੀ ਹੈ, ਉਹਨੂੰ ਵੀ ਚੇਤੇ ਰੱਖ। ਕੇਵਲ ਮਹਿਲ ਮੰਡਪ ਮਾੜੀਆਂ ਵਿੱਚ ਚਿੱਤ ਨਾ ਲਾਈ ਰੱਖੀ, ਮਤਾਂ ਇਹਨਾਂ ਵਿੱਚ ਚਿੱਤ ਲਾਈ ਰੱਖੇ ਤੇ ਤੂੰ ਆਤਮਕ ਮੌਤ ਤੇ ਮਰ ਜਾਏ। ਸਾਈ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ, ਉਸ ਨੂੰ ਯਾਦ ਰੱਖ। ਆਖਿਰ ਜਿੱਥੇ ਤੂੰ ਜਾਣਾ ਹੈ, ਜਿੱਥੇ ਤੂੰ ਜਾਣਾ ਹੈ, ਉਹਨੂੰ ਯਾਦ ਰੱਖ। ਹੁਣ ਜਾਣਾ ਕਿੱਥੇ ਹੈ, ਇਹ ਚੀਜ਼ ਬੜੀ ਬਰੀਕੀ ਨਾਲ ਸਮਝਣ ਵਾਲੀ ਹੈ। ਜਾਣਾ ਕਿੱਥੇ ਹੈ? ਮਰ ਗਏ ਤੇ ਖਤਮ ਤੇ ਹੋ ਜਾਣਾ ਹੈ। ਹੁਣ ਜਾਣਾ ਦਾ ਮਤਲਬ, ਉਹ ਆਪਣੇ ਉਸ ਗੋਲ ਨੂੰ ਯਾਦ ਰੱਖ ਵੀ ਤੇਰਾ ਗੋਲ ਕੀ ਹੈ ਜ਼ਿੰਦਗੀ ਦਾ, ਗੋਲ ਕੀ ਹੈ। ਤਾਂ ਜਿਵੇਂ ਅਸੀਂ ਗੁਰਬਾਣੀ ਰਾਹੀਂ ਸਮਝਣ ਦਾ ਯਤਨ ਕਰ ਰਹੇ ਹਾਂ ਕਿ ਸਾਡੀ ਜ਼ਿੰਦਗੀ ਦਾ ਗੋਲ ਹੈ ਸਚਿਆਰ ਹੋਣਾ, ਸਚਿਆਰ ਹੋਣਾ ਜ਼ਿੰਦਗੀ ਦਾ ਗੋਲ ਹੈ ਨਾ। ਤੇ ਜੇ ਅਸੀਂ ਆਪਣੇ ਇਸ ਗੋਲ ਨੂੰ ਯਾਦ ਰੱਖੀਏ, ਤਾਂ ਫਿਰ ਅਸੀਂ ਮਹਿਲ ਮੰਡਪ ਮਾੜੀਆਂ ਬਣਾਉਂਦੇ ਹੋਏ 2 ਨੰਬਰ ਦੇ ਧੰਦੇ ਨਹੀਂ ਕਰਾਂਗੇ। ਜੇ ਅਸੀਂ ਸਚਿਆਰਤਾ ਨੂੰ ਆਪਣਾ ਗੋਲ ਸਮਝੀਏ, ਤਾਂ ਫਿਰ ਅਸੀਂ ਇੱਕ ਦੂਜੇ ਨਾਲ ਈਰਖਾ, ਦਵੇਸ਼, ਵੈਰ, ਵਿਰੋਧ, ਧੋਖਾਧੜੀ ਨਹੀਂ ਕਰਾਂਗੇ। ਇਸ ਲਈ ਬਾਬਾ ਫਰੀਦ ਜੀ ਸਾਨੂੰ ਸਮਝਾ ਰਹੇ ਨੇ, ਉਸ ਚੀਜ਼ ਨੂੰ ਯਾਦ ਰੱਖ ਜਿੱਥੇ ਤੂੰ ਆਖਿਰ ਜਾਣਾ ਹੈ। ਜੇ ਮਾੜੇ ਕਰਮ ਕਰੇਗਾ ਤਾਂ ਤੇਰੀ ਜ਼ਮੀਰ ਮਰੇਗੀ, ਆਤਮਕ ਮੌਤੇ ਮਰੇਗਾ, ਤੂੰ ਦੁੱਖਾਂ ਦੇ ਅੰਦਰ ਚਲਾ ਜਾਏਗਾ। ਜੇ ਤੂੰ ਸ਼ੁਭ ਕਰਮ ਕਰੇਗਾ, ਤੇਰੇ ਅੰਦਰ ਇਨਸਾਨੀਅਤ ਪੈਦਾ ਹੋਏਗੀ, ਆਤਮਕ ਜ਼ਿੰਦਗੀ ਤੂੰ ਜੀਵੇਂਗਾ, ਔਰ ਆਖਿਰ ਤੇਰਾ ਇਹ ਜੀਵਨ ਸੁੱਖਾਂ ਦੇ ਨਾਲ ਬੀਤੇਗਾ। ਤਾਂ ਸਾਨੂੰ ਇਸ ਸ਼ਲੋਕ ਰਾਹੀਂ ਬਾਬਾ ਫਰੀਦ ਜੀ ਜ਼ਿੰਦਗੀ ਵਾਸਤੇ ਜੋ ਚੀਜ਼ ਦੇ ਰਹੇ ਨੇ, ਉਹ ਇਹ ਹੈ ਕਿ ਆਤਮਕ ਮੌਤ ਨੂੰ ਧਿਆਨ ਵਿੱਚ ਰੱਖਣਾ ਹੈ ਕਿ ਕਰਮ ਜ਼ਿੰਦਗੀ ਜੀਂਦਿਆਂ ਕਿਤੇ ਆਤਮਕ ਮੌਤ ਤੇ ਨਾ ਮਰ ਜਾਈਏ। ਮਹਿਲ ਮੰਡਪ ਮਾੜੀਆਂ ਜਾਂ ਪ੍ਰਾਪਰਟੀ ਜਾਂ ਹੋਰ ਜ਼ਿੰਦਗੀ ਜੀਂਦਿਆਂ ਕਿਤੇ ਇਨਸਾਨੀਅਤ ਨਾ ਭੁੱਲ ਜਾਏ, ਕਿਤੇ ਸਚਿਆਰਤਾ ਦਾ ਮਾਰਗ ਨਾ ਭੁੱਲ ਜਾਏ, ਕਿਤੇ ਮੈਂ ਆਤਮਕ ਮੌਤ ਤੇ ਨਾ ਮਰ ਜਾਵਾਂ। ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਹੈ ਔਰ ਆਪਣੇ ਗੋਲ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਜੀਣੀ ਹੈ। ਜਦੋਂ ਅਸੀਂ ਗੋਲ ਬਣਾ ਕੇ ਜ਼ਿੰਦਗੀ ਜੀਵਾਂਗੇ, ਤਾਂ ਅਸੀਂ ਆਪਣੇ ਜੀਵਨ ਦੇ ਅੰਦਰ ਜ਼ਰੂਰ ਕਾਮਯਾਬ ਹੋਵਾਂਗੇ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਹੁਣ ਜੇ ਕਿਸੇ ਵੀਰ ਭੈਣ ਨੇ ਅੱਜ ਦੇ ਇਹਨਾਂ ਸ਼ਲੋਕਾਂ ਦੇ ਵਿਚਾਰ ਵਿੱਚ ਕੋਈ ਸਵਾਲ ਕਰਨਾ ਹੈ, ਤਾਂ ਉਹ ਸਵਾਲ ਪੁੱਛ ਸਕਦੇ ਨੇ। ਤੇ ਜੇ ਕਿਸੇ ਵੀਰ ਭੈਣ ਨੇ ਆਪਣਾ ਕੋਈ ਵਿਚਾਰ ਦੇਣੇ ਨੇ, ਤੇ ਉਹ ਅਨਮਿਊਟ ਹੋ ਜਾਓ, ਉਹ ਆਪਣੇ ਵਿਚਾਰ ਵੀ ਦੇ ਸਕਦੇ ਨੇ। ਅਗਲੀ ਕਾਰਵਾਈ ਵੀਰ ਤ੍ਰਿਲੋਚਨ ਸਿੰਘ ਜੀ ਕਰ ਰਹੇ ਨੇ, ਉਹ ਅਨਮਿਊਟ ਹੋ ਗਏ ਨੇ। ਤੇ ਜਿਹੜੇ ਫੇਸਬੁੱਕ ਤੇ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ, ਜੋ ਆਪ ਇੰਨਾ ਪਿਆਰ ਦਿੰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ